ਕੀ ਰੱਖਿਆ ਸੰਭਾਲ ਸੰਭਾਲ ਕੇ ਰੱਖ ਕੇ ਕੀ ਕਰਨਾ ਆਪਾਂ ਜਾਣੇ ਆ ਉਹਨੂੰ ਦੇ ਕੇ ਟੂੰਬ ਵਾਲੇ ਨੂੰ। ਮੇਰੀ ਗੱਲ ਸੁਣੋ, ਆਪਾਂ ਬੈਂਕ ਜਾਣੇ, ਪਹਿਲੇ ਬੈਂਕ 'ਚ ਆਪਾਂ ਕੜਾ ਕਢਾਣੇ, ਠੀਕ ਹੈ। ਉਦੋਂ ਦੇ ਮੇਰੇ ਡਰ ਤੋਂ ਕੜੇ ਚੁੱਕ ਕੇ ਬੈਂਕ 'ਚ ਲੋਕਰ 'ਚ ਰੱਖਿਆ ਦੇ। ਓਏ होए 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 इतनी बेतबारी नहीं। मेरी गाल आज का व्लॉग हम लोग शुरू करते हैं बाहर बहुत ही सुहाने और खूबसूरत मौसम के साथ। सुबह सुबह का टाइम है और इस टाइम पे बाहर हमारे बादल छा चुके हुए हैं, धूप निकल चुकी है। चलो व्लॉग का स्टार्ट ही कर लेते हैं। अस्सलाम वालेकुम जी, कैसे हैं आप सब? उम्मीद है कि आप सब खैर खैरियत से होंगे, सेहत तबीयत ठीक होगी, मिजाज भी बिल्कुल ठीक होंगे आप लोगों के। आप लोगों ने कहना कि भाई किधर गायब रहा। अस्सलाम वालेकुम, की हाल है? ठीक है, किधरों? उम्मीद है तुसी सारे ठीक होवोगे कि मौसम बड़ा सोहना हो गया ते बेबे ਤੁਹਾਡੀ ना तैयार हो गई है शहर फिरन वास्ते, घूमन वास्ते। लेके किन्ने जाना? तैयार ते होगी बेबे, लेके किन्ने जाना? तू लेके जाना और मैं तगाने लेके जाना, मैनू होर जिंदगी 'ਚ कोई काम नहीं। ਤੁਹਾਨੂੰ ਸ਼ਹਿਰ ਘੁਮਾਉਣ ਦੇ ਇਲਾਵਾ जम्मिया पालिया कादे वास्ते शहर ਅੱਛਾ ਜੰਮਿਆ ਪਾਲਿਆ ਮੈਨੂੰ ਸ਼ਹਿਰ ਇਹ ਵੀ ਗੱਲ ਠੀਕ ਹੈ ਜੀ। ਤੈਨੂੰ ਜੰਮਿਆ ਪਾਲਿਆ ਕਦ ਵਾਸਤੇ? ਮੈਨੂੰ ਸ਼ਹਿਰ ਘੁਮਾਉਣ ਵਾਸਤੇ। ਵਾਹ ਵੀ ਵਾਹ ਜਤੀ ਲੈਣੀ ਆ ਮੈਂ, ਕੋਈ ਸੋਹਣੀ ਜੀ ਚਾਦਰ ਲੈਣੀ ਆ। ਤਿੱਲੇ ਵਾਲੀ ਜੁੱਤੀ ਤੁਸੀਂ ਪਾਈ ਬੈਠੇ ਜੀ, ਸੋਹਣੀ ਚਾਦਰ ਤੁਸੀਂ ਪਰਸੋਂ ਵੇਖਿਆ, ਠੀਕ ਹੈ। ਉਹਨਾਂ ਰੇਟ ਦੱਸਿਆ ਨਾ ਜਦੋਂ 4500 ਰੁਪਇਆ, ਤੁਸੀਂ ਉੱਥੇ ਛੱਡ ਦਿੱਤਾ। ਹੁਣ ਚਾਦਰ ਤੇ ਤੁਹਾਨੂੰ ਲੱਭਣੀ ਨਹੀਂ। ਮੈਂ ਚਿੱਟੀ ਚਾਦਰ ਲੈ ਕੇ ਉਹਨੂੰ ਸਕਿਨ ਕਲਰ ਕਰਾ ਕੇ ਤੇ ਫਿਰ ਉਹਦੇ ਛੱਪਾ ਲਵਾ ਕੇ ਲਿਆਉਣਾ ਵਾ। ਆਏ ਕੀ ਬਾਤ ਕੀ ਬਾਤ। ਬਾਹਰ ਮੀਂਹ ਆ ਗਿਆ ਨਾ ਤੇ ਦੋਵਾਂ ਨੇ ਤਿਲਕਣਾ ਆਪਾਂ। ਤੇ ਇਸ ਮੌਸਮ ਨਹੀਂਗਾ, ਮੀਂਹ ਲੰਘ ਗਿਆ ਵਾ। ਮੀਂਹ ਵਾਲਾ ਮੌਸਮ ਹੈ ਸਾਡੇ ਅੱਗੇ, ਥੋੜੀ ਜਿਹੀ ਬਾਰਿਸ਼ ਪਹਿਲੇ ਪੈ ਹਟੀ ਹੈ। ਬਾਹਰ ਚੈੱਕ ਕਰੋ ਨਾ, ਮਤਲਬ ਮੌਸਮ ਫੁੱਲ ਜਿਹੜਾ ਨਾ ਆਪਣਾ ਇਸ ਟਾਈਮ ਬਦਲੋ ਬਦਲੀ ਹੋਇਆ ਪਿਆ। ਕੰਮ ਚੈੱਕ ਕਰੋ, ਕਿਸੇ ਟਾਈਮ ਵੀ ਬਾਰਿਸ਼ ਤੇਜ਼ ਹੋ ਸਕਦੀ ਹੈ। ਤੇ ਮਾਂ ਜੀ ਮੈਂ ਕਹਿੰਦਾ ਇਸ ਟਾਈਮ ਬਾਹਰ ਬਹੁਤ ਹੀ ਖਤਰਨਾਕ ਕ੍ਰਿਟੀਕਲ ਸਿਚੁਏਸ਼ਨ ਹੈ। ਐਵੇਂ ਦੇ ਮੌਸਮ ਦੇ ਵਿੱਚ ਨਾ, ਐਵੇਂ ਦੇ ਮੌਸਮ ਵਿੱਚ ਕਾਇਦੇ ਆਜ਼ਮ ਕਹਿੰਦਾ ਹੁੰਦਾ ਸੀ ਕਿ ਘਰੋਂ ਬਾਹਰ ਕਦੇ ਵੀ ਨਹੀਂ ਨਿਕਲਣਾ। ਰੋਏ ਤਾਂ ਬਹਾਨੇ ਨਾਲ ਆਇਆ ਕਰ ਮਾਂ ਨੂੰ, ਇਹ ਚਾਰ ਦਾ ਵੱਜਦਾ ਵੀ ਮੈਂ ਹੀ ਬੰਦੇ ਚਾਰ ਨਾਲ ਚਾਰ ਯਾਰ ਮੈਂ ਕਿਤੇ ਬੰਦੇ ਚਾਰੇ, ਮੈਂ ਕੋਈ ਚਾਰਿਆ ਥੋੜੀ ਹੈ। ਤੁਸੀਂ ਬੱਕਰੀ ਹੋ ਜਿਹੜੇ ਤੁਸੀਂ ਚਾਰ ਜਣਾ? ਅੱਛਾ, ਅੱਗੇ ਤੁਸੀਂ ਮੱਝ ਵਾਲੀਆਂ ਵੀਡੀਓ ਵੇਖਣ ਡੇ ਸੀਗੇ ਤਾਂ ਤੁਹਾਡਾ ਹੁਣ ਚਾਰਾ ਚਰਨ ਨੂੰ ਦਿਲ ਕਰਦਾ ਪਿਆ। ਚਾਰਾ ਚਰਨ ਨੂੰ ਅੱਗੇ ਬੇਬੇ ਚਾਰੋ ਚਾਰਾ ਚਰਦੀ ਆ, ਸਾਰਾ ਕੁਝ ਸ਼ਹਿਰੋਂ ਲਿਆ ਕੇ ਚਲੀਦਾ ਚਾਰਾ ਹੀ ਆ ਕੇ। ਨਹੀਂ ਹੁਣ ਵੇਖੋ ਯਾਰ, ਮਤਲਬ ਇੱਕ ਮੈਨੂੰ ਨਾ ਇਸ ਗੱਲ ਦੀ ਸਮਝ ਨਹੀਂ ਆਉਂਦੀ, ਰੋਜ਼ ਰੋਜ਼ ਸ਼ਹਿਰ ਕੌਣ ਜਾਂਦਾ ਹੈ? ਤੁਸੀਂ ਡੇਲੀ ਸ਼ਹਿਰ। ਹੁਣ ਵੇਖੋ ਤੁਸੀਂ ਸ਼ਹਿਰ ਘੁੰਮਣ ਜਾਣਾ ਨਾ, ਮੈਂ ਤੁਹਾਨੂੰ ਖੁਆਬ ਦੇ ਵਿੱਚ ਸ਼ਹਿਰ ਘੁਮਾਉਣਾ। ਵੇਖੋ ਹੁਣ ਮੈਂ ਤੁਹਾਨੂੰ ਟਿਕਟੋਕ ਖੋਲ ਕੇ ਦੇਣਾ, ਨਾਲਾ ਖੁਦ ਉੱਤੇ ਤੁਸੀਂ ਸਰਚ ਕਰਨਾ, ਤੁਹਾਨੂੰ ਮੈਂ ਏਡੇ ਸ਼ਹਿਰ ਦੇ ਖੂਬਸੂਰਤ ਮਨਾਜ਼ਰ ਸ਼ਹਿਰ ਜਿਹੜੇ ਨਾ ਚੈੱਕ ਕਰਵਾਉਣਾ। ਦੇਖੋ ਘਰੇ ਬੈਠ ਤੁਸੀਂ ਇੰਜੋਏ ਕਰਨਾ, ਮੋਟਰਸਾਈਕਲ ਦੇ ਬਾਹਰ ਗਰਮੀ ਤਪਸ਼, ਠੀਕ ਹੈ। ਤੁਸੀਂ ਮੋਟਰਸਾਈਕਲਾਂ ਦੇ ਪਾਣੀ 'ਚੋਂ ਨਿਕਲਣਾ, ਪਾਣੀ ਦੇ ਛਿੱਟੇ ਪੈਣੇ ਪੈਰਾਂ ਤੇ, ਜਰਾਸੀਮ ਬੜ ਕੀਤੀ ਜਾਂਦਾ। ਕੋਈ ਗੱਲ ਦੀ ਸਮਝ ਆਉਣ ਦਿਆ ਕਰ, ਜ਼ਿੰਦਗੀ 'ਚ ਕੀ ਰੱਖਿਆ? ਜ਼ਿੰਦਗੀ ਇੰਜੋਏ ਕਰੋ, ਸਾਰੀ ਉਮਰ ਤਾਂ ਵਕਤਾਂ 'ਚ ਲੰਘ ਗਈ ਤੇ ਹੁਣ 4 ਦਿਨ ਰੱਬ ਨੇ ਜ਼ਿੰਦਗੀ ਦਿੱਤੀ ਆ ਤੇ ਉਹ ਹੱਸ ਖੇਡ ਕੇ ਘੁੰਮ ਫਿਰ ਕੇ ਗੁਜ਼ਾਰਨੀ ਚਾਹੀਦੀ ਬੰਦੇ ਨੂੰ। ਇੱਥੇ ਗੱਲ ਤਾਂ ਮੈਨੂੰ ਇੱਕ ਲਫ਼ਜ਼ ਯਾਦ ਆਇਆ, ਘੜਿਆਂ 'ਚ ਕੀ ਰੱਖਿਆ? ਵੇਚ ਵੂਚ ਕੇ ਕੋਈ iPhone 16 Pro Max ਵੇਚਣਾ। ਨਹੀਂ ਹੁਣ ਗੱਲ ਤੇ ਆ ਨਾ, ਫਿਰ ਕੀ ਰੱਖਿਆ? ਸੰਭਾਲ ਕੇ ਰੱਖ ਕੇ ਕੀ ਕਰਨਾ ਆਪਾਂ ਜਾਣੇ ਆ ਉਹਨੂੰ ਦੇ ਕੇ ਟੂੰਬ ਵਾਲੇ ਨੂੰ। ਮੇਰੀ ਗੱਲ ਸੁਣੋ, ਆਪਾਂ ਬੈਂਕ ਜਾਣੇ, ਪਹਿਲੇ ਬੈਂਕ 'ਚ ਆਪਾਂ ਕੜਾ ਕਢਾਣੇ, ਠੀਕ ਹੈ। ਉਦੋਂ ਦੇ ਮੇਰੇ ਡਰ ਤੋਂ ਕੜੇ ਚੁੱਕ ਕੇ ਬੈਂਕ 'ਚ ਲੋਕਰ 'ਚ ਰੱਖਿਆ ਦੇ। ਓਏ ਹੋਏ ਇੰਨੀ ਬੇਤਬਾਰੀ ਨਹੀਂ। ਮੇਰੀ ਗੱਲ ਸੁਣੋ, ਇੱਕ ਮੇਰੀ ਗੱਲ ਹੋਰ ਸੁਣੋ, ਇੱਕ ਹੋਰ ਸੁਣੋ। ਅੱਗੇ ਪਿੱਛੇ ਲੈ ਕੇ ਜਾਵਾਂ ਮੈਂ? ਉਹ ਦਿਨ ਮੈਂ ਸੁੱਤਾ ਪਿਆ, ਮੈਨੂੰ ਇੱਕ ਵਾਰੀ ਆਖਿਆ ਮੁੰਡਿਆ ਸ਼ਹਿਰ ਜਾਣਾ। ਮੈਂ ਕਿਹਾ ਮਾਂ ਜੀ ਤੋਂ ਉੱਠਾਂਗੇ ਜਾਵਾਂ, ਹੁਣ ਸੌਂ ਲੈਂਦਾ ਪੂਰਾ। ਰਕਸ਼ਾ ਨੂੰ ਫੋਨ ਕੀਤਾ ਵੇ ਵੀਰਾ ਜਲਦੀ ਆ, ਤੇ ਮੈਨੂੰ ਤੇ ਬਾਅਦ 'ਚ ਪਤਾ ਚੱਲਿਆ ਉਹ ਜਾ ਕੇ ਲੋਕਰ 'ਚ ਰੱਖ। ਕਾਕਾ ਮੇਰੀ ਸੁਣ ਲੈ ਗੱਲ, ਹਾਂ ਆ ਤੁਸੀਂ ਹੁਣ ਗੌਰ ਨਾਲ ਸੁਣਿਓ। ਇੱਕ ਬੁੱਢਾ ਸੀ ਮੇਰੇ ਤਰ੍ਹਾਂ ਕੱਲਾ ਰਹਿ ਗਿਆ, ਅੱਛਾ ਠੀਕ ਆ। ਉਹਦੀ ਔਲਾਦ ਨੇ ਵੇਖਿਆ ਕਿ ਹੁਣ ਕੱਲਾ ਰਹਿ ਗਿਆ ਵਾ, ਹੁਣ ਇਹਨੂੰ ਕਿਤੇ ਪਾਸੇ ਕਰੋ। ਅੱਛਾ, ਉਹਨੇ ਬੁੱਢੇ ਨੇ ਸਿਆਸਤ ਲਾਈ। ਕੀ ਉਹਨੇ ਕੀ ਕੀਤਾ? ਸਰਾਣਾ ਲੈ ਲਿਆ, ਸਰਾਣੇ ਦੀ ਰੂਹ ਕੱਢ ਕੇ ਉਹਦੇ ਵਿੱਚ ਨਾ ਪਾ ਕੇ ਨਾ ਕੱਪੜੇ ਪੁਰਾਣੇ ਦੇ ਵਿੱਚ ਵੱਟੀਆਂ ਪਾ ਲਈਆਂ। ਅੱਛਾ, ਵੱਟੀਆਂ ਪਾ ਕੇ ਕੱਚ 'ਚ ਲਾ ਲਿਆ। ਉਹ ਛਣਕਣ ਵਿੱਚ ਨੋਹਾਂ ਤਿੰਨੇ ਚਾਰੇ ਦਿਵਾਲੇ। ਬਾਬਾ ਇਹਦੇ 'ਚ ਕੀ ਆ? ਕਹਿੰਦਾ ਇਹ ਮੇਰੀ ਜਮਾ ਪੂੰਜੀ। ਹੁਣ ਇਹਦਾ ਕੀ ਮਤਲਬ ਆ? ਮੈਂ ਤਾਂ ਵੱਟੀਆਂ ਨਹੀਂ ਪਾਉਣੀਆਂ, ਹੁਣ ਜਿਹੜੀ ਮੇਰੇ ਕੋਲ ਜਮਾ ਪੂੰਜੀ ਹੈਗੀ ਨਾ ਉਹਨੂੰ ਮੈਂ ਤਾਂ ਕੱਚੇ ਲਾਇਆ ਵਾ। ਕੱਲ ਨੂੰ ਮੈਂ ਬਹੁਤੀ ਬਿਮਾਰ ਹੋ ਜਾਵਾਂ ਤੇ ਉਹ ਕੜਿਆਂ ਦੇ ਮਗਰ ਮੈਨੂੰ ਸਾਂਭਣਗੇ ਤਾਂ ਸਹੀ। क्या सोच है, सुभान अल्लाह क्या सोच है। हाय हाय क्या सोच है, माशाअल्लाह। जो भी ਤੁਸੀਂ ਗੱਲਾਂ ਕਰ, ਪਰ ਕੜਾ ਤੇ ਹੁਣ ਵੇਚਣਾ ਕਿਉਂਕਿ ਆਈਫੋਨ ਤੁਹਾਨੂੰ ਪਤਾ ਹੁਣ ਆਈਫੋਨ ਤੋਂ ਬਗੈਰ ਨਹੀਂ ਸਾਰਾ ਕੰਮ ਤੇ ਦਿਨਾਂ ਤੱਕ ਬਿਨਾਂ ਦਵਾ। ਯਾਰ ਮੇਰੀ ਗੱਲ ਸੁਣੋ, ਜਾਂ ਤੇ ਮਾਂ ਜੀ ਪਾਉਂਦੇ ਹੋਣ ਨਾ, ਠੀਕ ਹੈ। ਮੈਂ ਕਿਹਾ ਤੁਸੀਂ ਪਾਓ, ਮੈਂ ਤੁਹਾਨੂੰ ਵੇਚਣ ਦਾ ਨਾਂ ਨਹੀਂ ਲੈਂਦਾ, ਪਾਉਣਾ ਵੀ ਨਹੀਂ, ਉਹਨੂੰ ਰੱਖਣਾ ਸੰਭਾਲ ਕੇ ਹੈ। ਤੇ ਮੈਂ ਜੀ ਕੱਲ ਨੂੰ ਤੇਰੀ ਬੋਟੀ ਨੂੰ ਆਪਾਂ ਹੋਰ ਦੇ ਲਾਂਗੇ ਵੀ ਬੋਟੀ ਨੂੰ ਉਹੀ ਕੜੇ ਦੇ ਉੱਤੇ ਕੀਤੇ ਉਹਦੇ ਤੇ ਸਟੈਂਪ ਲੱਗੀ ਹੈ ਜੀ ਇਹ ਹੋਣ ਵਾਲੀ ਜਿਹੜੀ ਨਾ ਸੁਗਰਾ ਬੀਬੀ ਦੇ 9 ਦੇ ਨਾਂ ਦਾ ਵਾ। ਪਾਵਾਂ ਤਾਂ ਚੋਰ ਪੈ ਜਾਂਦੇ ਆ, ਹਾਂ, ਤੇ ਡਰ ਕੇ ਤਾਂ ਕਹਿਣਾ ਆਪਾਂ ਵੇਚ ਕੇ ਆਈਫੋਨ ਲੈਣੇ, ਆਈਫੋਨ ਨੂੰ ਚੋਰ ਨਹੀਂ ਪੈਂਦੇ। ਓਹ ਇਹ ਗੱਲ ਨਾ ਕਰ। ਓਹ ਇਹ ਏਡੀ ਖਰਾਬ ਗੱਲ ਕਿੱਥੋਂ ਕਰ ਦਿੱਤੀ? ਇਹ ਗੱਲ ਕਿੱਥੋਂ ਕਰ ਦਿੱਤੀ? ਇਹ ਤੇ ਗੱਲ ਤੂੰ ਨਾ ਜਾਇਆ ਕਰ, ਤੂੰ ਹੋਰ ਜਿਹੜਾ ਮਰਜ਼ੀ ਘੁਮਾ ਲਾ, ਜਿੱਦਾਂ ਮਰਜ਼ੀ ਮੋੜ ਘੋੜ ਕੇ ਖੋਤੀ ਬੋੜ ਹੇਠ, ਉਹ ਨਾ ਗੱਲ ਕਰ।
ਯਾਰ ਮੈਨੂੰ ਕੋਈ ਤਰੀਕਾ ਦੱਸੋ, ਮੈਨੂੰ ਇਹ ਕੜਾ ਬੇਬੇ ਕੋ ਵਿਚਵਾਉਣ ਦਾ ਮੈਨੂੰ ਕੋਈ ਤਰੀਕਾ ਦੱਸੋ। ਜੇ ਨਹੀਂ ਤਰੀਕਾ ਆਂਦਾ ਪਿਆ ਤੇ ਮੈਨੂੰ ਸਮਝ ਨਹੀਂ ਆ ਰਹੀ। ਮੇਰੀ ਗੱਲ ਸੁਣੋ, ਚਲੋ ਇਸ ਤਰ੍ਹਾਂ ਇੱਕ ਮਿੰਟ ਉਹ 16 ਲਵਾਂਗੇ ਨਾ, ਆਹ 12 Pro Max ਤੁਹਾਡਾ, ਇਹ ਵੀ ਆਪਾਂ ਵੇਚਦੇ ਨਹੀਂ। ਮੈਂ ਕੀ ਕਰਨਾ, ਮੈਨੂੰ ਤਾਂ ਆਹ ਨਹੀਂ ਚਲਾਉਣਾ ਆਉਂਦਾ ਤੇ ਮੈਂ ਇਹਨੂੰ ਸਲੂਕ ਸਰੀ ਪਲੀਨ ਕਲੀਨ ਵੇਲਾ ਹਜੇ ਮੈਨੂੰ ਆਹ ਨਹੀਂ ਚਲਾਉਣਾ ਤਾਂ। 2 ਰੱਖੇ ਨੇ ਹੈ ਡੱਬ ਨਾਲ ਹੈ, ਲੋਕੀ 12 32 ਬੋਰ ਰੱਖਦਾ, ਕੋਈ ਕਹਿੰਦਾ 32 ਬੋਰ ਡੱਬ ਨਾਲ ਲਾਈ ਫਿਰਦੇ ਤੇ ਵੇਖਣੇ ਆ ਹੋਇਆ 32 ਬੋਰ। ਉਹ ਤਾਂ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ, ਮੈਨੂੰ ਬਹੁਤ ਦੁੱਖ ਦਿੰਦੀਆਂ ਵਾ। ਹਾਏ। ਮੇਰਾ ਬੀਪੀ ਨਾਲ ਹੀ ਹਾਈ ਹੋ ਜਾਂਦਾ ਵਾ। ਨਹੀਂ ਮੈਂ ਬੀਪੀ ਹਾਈ ਤਾਂ ਆਪਾਂ ਮੇਰੀ ਗੱਲ ਸੁਣੋ, ਆਪਾਂ ਪਹਿਲੇ ਜਾਂਦੇ ਆ ਬੈਂਕ 'ਚ, ਉੱਥੋਂ ਕੜਾ ਲੈਣੇ, ਫਿਰ ਆਪਾਂ ਡਾਕਟਰ ਕੋਲ ਜਾਂਦੇ ਬੀਪੀ ਚੈੱਕ ਕਰਾਉਂਦੇ। ਤੂੰ ਜਾ ਯਾਰ ਮੈਂ ਸ਼ਹਿਰ ਤੋਂ ਮਨਾ ਕੀਤਾ, ਮੈਂ ਤੇ ਕਹਿਣਾ ਤੁਸੀਂ ਮੇਰੇ ਨਾਲ ਚੱਲੋ, ਮੈਂ ਤੇ ਲੈ ਕੇ ਚੱਲਾਂ, ਮੈਂ ਤੇ ਤਿਆਰ ਹੋ ਕੇ ਫਿਰਦਾ ਪਿਆ ਸਵੇਰ ਦਾ ਕਿ ਮੈਂ ਅੱਜ ਤੁਹਾਨੂੰ ਲੈ ਕੇ ਜਾਣਾ, ਠੀਕ ਹੈ। ਤੇ ਉਹਨੂੰ ਵੇਲਾ ਕਹਿੰਦੀ ਮੈਂ ਨਹੀਂ ਜਾਣਾ। ਉਹ ਵੇਲਾ 3 ਮੋਬਾਈਲ ਰੱਖੇ ਨੇ, ਵਾਹ ਵੀ ਵਾਹ। ਉਹ ਤਾਂ ਤੇਰੇ ਆ, ਮੇਰੇ ਕਿੱਥੋਂ ਆ? ਮੇਰੇ ਕਿੱਥੋਂ, ਮੈਨੂੰ ਤੇ ਉਹਨੇ ਉਂਗਲਾਂ ਵੀ ਨਹੀਂ ਲਾਉਣੀਆਂ, ਮੈਨੂੰ ਕਿੱਥੋਂ ਚਲਾਉਣਾ ਦਾ ਫੋਨ। ਆ ਮਾੜਾ ਮੋਟਾ ਜਿਹਾ ਗਰੀਬ 4 ਸਾਲਾਂ ਦਾ ਪੁਰਾਣਾ ਵਾ, ਹੁਣ ਇਹਨੂੰ ਕਿਤੇ 10,000 ਦਾ ਨਹੀਂ ਲੈਣਾ। ਉਸ ਦੌਰ 'ਚ ਤੇ ਡੱਬਾ ਪੈਕ ਲਿਆ ਸੀ ਤੁਹਾਨੂੰ। ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਆਈਫੋਨ 16 Pro Max ਲੈ ਕੇ ਦਿਓ, ਉਸ ਤੋਂ ਬਾਅਦ ਤੁਸੀਂ ਜਿਹੜਾ ਮੈਲ ਕਹੂੰ ਮੈਂ ਤੁਹਾਨੂੰ ਡੱਬਾ ਪੈਕ ਲੈ ਕੇ ਦਵਾਂ। ਮਾਵਾਂ ਨੂੰ ਲੈ ਕੇ ਦਿੰਦੇ ਆ, ਹਾਂ ਮਾਵਾਂ ਥੋੜਾ ਪੁੱਤਰ ਲੈ ਦਿੰਦੀਆਂ। ਮੇਰੀ ਗੱਲ ਸੁਣ, ਮੈਂ ਲੈਣ ਨੂੰ ਲੈ ਸਕਦਾ, ਪਰ ਮੈਂ ਤੁਹਾਨੂੰ ਕਿਉਂ ਕਹਿਣ ਡਿਆ? ਮੈਨੂੰ ਨਾ ਬਸ ਮੈਂ ਚਾਹਨਾ ਕਿ ਜਿਹੜਾ ਨਾ ਮੈਂ ਬਰਕਤਾਂ ਵਾਲੀ ਸ਼ੈ ਹੋਵੇ। ਜਦੋਂ ਮਾਂ ਪਿਓ ਦੇ ਕੋਲੋਂ ਲੈ ਕੇ ਦੇ ਨਾ, ਸਾਨੂੰ ਉਹ ਬੜੀ ਖੁਸ਼ੀ ਹੁੰਦੀ, ਮੇਰੀ ਦਿਲੀ ਖੁਸ਼, ਮੇਰੀ ਖੁਆਇਸ਼ ਹੈ ਕਿ ਤੁਸੀਂ ਮੈਨੂੰ ਲੈ ਕੇ ਦੇਵੋ। ਹੈ ਇੱਕ ਆਈਫੋਨ ਹੀ ਤਾਂ ਮੰਗਿਆ, ਬਾਕੀ ਤੁਸੀਂ ਮੇਰੇ ਵੱਲੋਂ ਤੁਸੀਂ ਜਹਾਜ਼ ਦੇ ਹੱਥ ਰੱਖੋ, ਮੈਂ ਤੁਹਾਨੂੰ ਉਹ ਵੀ ਖਰੀਦ ਕੇ ਦਿਆਂਗਾ, ਪਰ ਆਈਫੋਨ ਮੇਰੀ ਖੁਆਇਸ਼ ਹੈ ਇੱਕ, ਕਿਉਂਕਿ ਮੈਂ ਉਹਨੂੰ 24 ਘੰਟੇ ਜਦੋਂ ਮੈਂ ਉਹਨੂੰ ਫੜਾਂ ਮੈਨੂੰ ਤੁਹਾਡੀ ਯਾਦ ਆਵੇ, ਜੇ ਤੁਹਾਡੀ ਫੋਟੋ ਲੱਗੀ ਮੈਂ ਲਾ ਖੋਲਾਂ ਤੁਹਾਡੀ ਫੋਟੋ ਸਾਹਮਣੇ ਆਵੇ, ਹੈ ਪਿਛਲੇ ਪਾਸੇ ਕਵਰ ਤੁਹਾਡੀ ਫੋਟੋ, ਮੇਰੀ ਖੁਆਇਸ਼ ਹੈ, ਹਰ ਲਾਤ ਦੀ ਖੁਆਇਸ਼ ਹੁੰਦੀ ਹੈ। ਇੱਕ ਗੱਲ ਕਰਾਂ, ਮਾਂ ਪਿਓ ਚੀਜ਼ਾਂ ਦਿੰਦਾ ਨਾ ਤੇ ਉਹਨਾਂ ਨੂੰ ਧੀਆਂ ਨਾ ਆਖਰੀ ਦਮ ਤੱਕ ਸਾਂਭ ਕੇ ਰੱਖਦੀਆਂ, ਵੇਖਦੀਆਂ ਸਾਡੇ ਮਾਂ ਪਿਓ ਦੀ ਨਿਸ਼ਾਨੀ। ਤੇ ਜਦੋਂ ਇੱਕ ਔਰਤ ਦਾ ਬੰਦਾ ਹਸਬੈਂਡ ਜਿਹੜਾ ਨਾ ਉਹ ਚੀਜ਼ ਲੈ ਕੇ ਦਿੰਦਾ ਨਾ, ਤੇ ਜਿਹੜਾ ਪਿਆਰ ਕਰਨ ਵਾਲਾ ਹੁੰਦਾ ਵਾ, ਹੋਰ ਤਾਂ ਛੱਡੋ ਹਾਂ ਗੱਲਾਂ, ਉਹ ਔਰਤ ਉਹ ਇੰਨੀ ਚੀਜ਼ ਵੀ ਹੋਵੇ ਨਾ, ਉਹਨੂੰ ਵੇਖ ਕੇ ਜੀਂਦੀ ਆ। ਮੈਂ ਉਹਨੂੰ ਕੱਢ ਲੈਣੀ, ਵੇਖ ਕੇ 4 ਦਿਨ ਸਕੂਨ ਦੇ ਕੱਢ ਲੈਣੀ, ਫਿਰ ਮੈਂ ਰੱਖ ਦੇਣੀ। ਹੁਣ ਮੈਂ ਜਦੋਂ ਮਰ ਗਈ ਫੇ ਭਾਵੇਂ ਜੋ ਮਰਦੀ। ਮੇਰੀ ਗੱਲ ਸੁਣੋ ਨਾ, ਆਪਾਂ ਮੇਰੀ ਗੱਲ, ਉਹ ਤੁਸੀਂ ਮੋਬਾਈਲ ਨੂੰ ਵੇਖ ਕੇ ਜਿਹੜਾ ਨਾ ਉਸ ਤਰ੍ਹਾਂ ਫੀਲ ਕਰ, ਉਹ ਗੱਲ ਨਹੀਂ ਬਣਨੀ। ਮੈਂ ਜਿੰਦੇ ਜੀ ਉਹਦੇ ਧਿਆਨ 'ਚ ਨਹੀਂ ਆਉਂਦੀ। ਹਾਏ ਮੈਂ ਆਸ ਨਹੀਂ ਆਉਂਦੀ, ਮਤਲਬ ਯਾਰ ਤੁਸੀਂ ਮੈਨੂੰ ਕੋਈ ਤਰੀਕਾ ਹੋਰ ਦੱਸੋ, ਠੀਕ ਹੈ। ਮੇਰੇ ਦਿਮਾਗ ਇੱਥੋਂ ਤੱਕ ਕੰਮ ਕਰ ਰਿਹਾ ਸੀ। ਮਾਂ ਜੀ ਜੇ ਬਾਜ਼ਾਰ ਜਾਣਾ ਤੇ ਬਾਹਰ ਰਾਹ 'ਚ ਮੀਂਹ ਆ ਜਾਣਾ, ਮੈਂ ਤੁਹਾਨੂੰ ਦੱਸੀ ਜਾਣਾ, ਬਾਹਰ ਬੱਦਲ ਤੇਜ਼ ਨੇ। ਨਹੀਂ ਬੈਂਕ ਨਹੀਂ ਲੈ ਕੇ ਜਾਂਦਾ ਤੁਹਾਨੂੰ, ਬੈਂਕ ਨਹੀਂ ਲੈ ਕੇ ਜਾਂਦਾ, ਨਾ ਘਬਰਾਈਓ, ਬੈਂਕ ਤੋਂ ਘਬਰਾ ਗਈ ਇੱਕ ਤੇ ਮਾਈ। ਹਾਏ ਹਾਏ ਹਾਏ, ਠੀਕ ਹੈ। ਅੱਲਾਹੁ ਅਕਬਰ। ਬਾਹਰ ਕਿੰਨਾ ਕੁ ਮੌਸਮ ਹੈ, ਬਾਰਿਸ਼ ਪੈ ਕੇ ਗਈ ਹੈ ਸੁੱਕ, ਠੀਕ ਹੈ। ਹੁਣ ਆਪਾਂ ਕਰੀਏ ਗੁਰਦੁਆਰੇ ਦੇ ਸ਼ਾਜ਼ੇ ਬੰਦ। ਅੱਜ ਬੇਬੇ ਇੱਥੇ ਵੀਡੀਓ ਬਣਾਈ ਹੈ, ਤੁਸੀਂ ਕਹਿੰਦੇ ਸੀ ਬੇਬੇ ਵਿਊ ਨਹੀਂ ਚੇਂਜ ਕਰਦੀ, ਠੀਕ ਹੈ। ਤੇ ਇਹ ਇੱਥੇ ਅੱਜ ਬੇਬੇ ਨੇ ਖਲੋ ਕੇ ਟਿਕਟੋਕ ਦੇ ਉੱਪਰ ਬਣਾਈ ਹੈ ਇੱਕ ਵੀਡੀਓ, ਉਹ ਵੀਡੀਓ ਅਗਰ ਤੁਸੀਂ ਦੇਖੋਗੇ ਤੁਹਾਨੂੰ ਮਜ਼ਾ ਆਏਗਾ। ਹੁਣ ਮੈਂ ਜਾਵਾਂ ਇੱਕ ਦਫਾ ਬਾਜ਼ਾਰ ਜਾਣਾ, ਥੋੜਾ ਜਿਹਾ ਸਮਾਨ ਵਗੈਰਾ ਲੈਣਾ। ਬਾਰਿਸ਼ ਹਲਕੀ ਜੀ ਕਿੰਨਮਿੰਨ ਹੋਈ, ਕਿੰਨਮਿੰਨ ਹੋਣ ਤੋਂ ਬਾਅਦ ਹੋ ਗਈ ਹੈ ਬੰਦ, ਠੀਕ ਹੈ। ਹੁਣ ਇਸ ਤੋਂ ਬਾਅਦ ਕਿ ਦੁਬਾਰਾ ਬਾਰਿਸ਼ ਆਵੇ, ਪਹਿਲੇ ਜਾ ਕੇ ਜਿਹੜੇ ਛੋਟੇ ਮੋਟੇ ਕੰਮ ਨੇ ਉਹ ਕੰਮ ਆਪਾਂ ਲਈਏ ਨਿਬੇੜ, ਕਿਉਂਕਿ ਬਾਜੀ ਅੱਜ ਕੱਲ੍ਹ ਨਹੀਂ ਆ ਰਹੀ, ਠੀਕ ਹੈ। ਫਿਰ ਮਾਈ ਨੂੰ ਚੜ ਜਾਂਦਾ ਗੁੱਸਾ। ਹੁਣ ਇਹ ਚੈੱਕ ਕਰੋ, ਭਾਂਡਿਆਂ ਦਾ ਜੁੰਝ ਢੇਰ ਲੱਗਿਆ ਪਿਆ ਵਾ, ਹੈ। ਤੇ ਜੇ ਤੱਕ ਘਰ ਦੀ ਸਫਾਈ ਨਹੀਂ ਹੋਈ ਤੇ ਸ਼ਾਮ ਦੇ ਵੱਜ ਗਏ ਨੇ ਆਪਣੇ ਕੋਈ 4 ਵਜੇ ਚਲੇ ਨੇ, 4 ਵਜ ਗਏ ਨੇ ਤਕਰੀਬਨ। ਹੁਣ ਜਿੱਦਣ ਕਿਤੇ ਵੀ ਜਾਣਾ ਹੁੰਦਾ ਨਾ, ਸਾਡਾ ਸਾਰੀ ਦਿਹਾੜੀ ਇੰਝ ਹੀ ਲੰਘ ਜਾਂਦੀ ਹੈ। ਇਸ ਟਾਈਮ ਆਪਣੇ ਹੋ ਗਏ ਆ ਜੀ 3:39 ਹੋ ਗਏ ਨੇ ਸ਼ਾਮ ਦੇ, ਠੀਕ ਹੈ। ਸਾਰਾ ਦਿਨ ਇੰਝ ਹੀ ਲੰਘ ਜਾਂਦਾ ਹੈ ਕਿ ਜੀ ਬਾਜੀ ਆਏਗੀ, ਕੰਮ ਕਾਰ ਹੋਣਗੇ, ਉਸ ਤੋਂ ਬਾਅਦ ਜਾਵਾਂਗੇ। ਬਾਜੀ ਆਉਂਦੀ ਸ਼ਾਮ ਦੇ 5 ਵਜੇ, ਠੀਕ ਹੈ, ਤੇ ਜਾਣਾ ਹੁੰਦਾ ਹੀ ਨਹੀਂ। ਸਮਝੋ ਬਾਹਰ ਹੋਇਆ ਪਿਆ ਕਿ ਕੰਮ ਦਾ ਜਿਹੜਾ ਨਾ ਟਾਈਮ ਕਢਾਉਣਾ ਚਾਹੀਦਾ later ਜੀ। ਬਾਹਰ ਬਾਰਿਸ਼ ਤੇ ਸਾਡੇ ਕੋਈ ਨਹੀਂ ਪਈ, ਦੇਖ ਹੀ ਨਹੀਂ ਆ ਕਿ ਬੱਦਲ ਹਜੇ ਤੱਕ ਆ ਚੈੱਕ ਕਰਿਆ ਜੇ ਆਸੀਆਂ ਇਹ ਕੀ ਕਰੇਂਦੀ ਪਈ ਹੈ ਆਸੀਆਂ ਦਾ ਕੰਮ ਚੈੱਕ ਕਰ ਰਿਹਾ। ਇੰਡੀਆ ਘਟੇਂਦੀ ਪਈਆਂ ਇਹ ਬਿੰਡੀਆਂ ਆਸੀਆਂ ਕਿਵੇਂ ਘਟੇਂਦੀ ਪਈ? ਆਸੀਆਂ ਨੇ ਰਿੰਗ ਲਾਈਟ ਲਾ ਕੇ ਕਿਹੜੀਆਂ ਭਿੰਡੀਆਂ ਖਰੀਦੀਆਂ ਵੀ? ਮੈਨੂੰ ਦਿਸਦਾ ਨਹੀਂ ਪਿਆ ਤੇ ਮੈਂ ਚਾਨਣ ਕਰਕੇ ਵੇਖਦੀ ਪਈਆਂ। ਆ ਵੀ ਸਹੀ ਤਰੀਕਾ ਹੈ ਵੀ, ਭਿੰਡੀਆਂ ਕਾਣੀਆਂ ਨੇ ਤੇ ਵੇਖਦਾ ਨਹੀਂ ਪਿਆ, ਤੇ ਨਾਲੇ ਐਨਕ ਲਾਈ ਅੱਧੀ ਰਾਤੀ, ਤੇ ਨਾਲੇ ਰਿੰਗ ਲਾਈਟ ਅੱਗੇ ਚਲਾ ਕੇ, ਤੇ ਰਿੰਗ ਲਾਈਟ ਨਾਲ ਤੁਹਾਨੂੰ ਨਜ਼ਰ ਆ ਜਾਂਦਾ ਵਿੱਚ ਸਾਰਾ। ਉਹ ਤਾਂ ਰੋਸ਼ਨੀ ਵਾਵਾ ਕੋਲ ਹੋਵੇ ਨਾ, ਫਿਰ ਵਿੱਚੋਂ ਪਤਾ ਲੱਗਦਾ ਵਿੱਚ ਸੁੰਡੀ ਸਾਡੀ ਤਾਂ ਨਹੀਂ ਆ ਗਈ। ਤੇ ਫਿਰ ਕਿੰਨੀਆਂ ਸੁੰਡੀਆਂ ਵਾਲੀਆਂ ਭਿੰਡੀਆਂ ਫੜੀਆਂ ਨੇ? 3-4 ਨਿਕਲੀਆਂ ਵਾ। ਉਹ ਸੁੰਡੀਆਂ ਚੰਗੀਆਂ ਹੁੰਦੀਆਂ ਨੇ ਸਿਹਤ ਵਾਸਤੇ, ਤੁਹਾਨੂੰ ਨਹੀਂ ਪਤਾ ਨਾ। ਜਰਾਸੀਮ ਹੁੰਦੇ ਆ, ਬਹੁਤ ਮੇਦਾ ਖਰਾਬ ਹੋ ਜਾਂਦਾ ਵਾ ਵਿੱਚ, ਤੇਰੇ ਚ ਗਈ ਪਈ। ਮਾਮ ਖੋਤੇ ਖਾ ਸਕਦੀ, ਆਪਾਂ ਇੱਕ ਸੁੰਡੀਆਂ ਨਹੀਂ ਖਾ ਸਕਦੇ। ਨਾ ਪਤਾ ਕਿਸੇ ਵੱਲ ਵੇਖ ਕੇ ਆਪਦੀ ਝੁੱਗੀ ਨਾ ਢਾਓ। ਕਿਸੇ ਦਾ ਮਹੱਲੇ ਨੂੰ ਅਸੀਂ ਕੀ ਕਰਨਾ? ਖੋਤੇ ਮਹੱਲਾ 'ਚ ਵੇਖਦੇ ਨੇ। ਕਿਸੇ ਵੱਲ ਵੇਖ ਕੇ ਕੂਚ ਨਾ ਡਿੱਗੋ। ਤੇ ਆ ਤੁਸੀਂ ਡਿੱਗਣ ਵਾਲਾ ਕੰਮ ਤੇ ਕਰ ਦਿੱਤਾ। ਤੁਸੀਂ ਉਹ ਵੀਡੀਓ ਵੇਖਿਓ ਨਹੀਂ, ਤੁਸੀਂ ਵੀਡੀਓ ਵੇਖਿਓ ਨਹੀਂ, ਰਿੰਗ ਲਾਈਟ ਲਾ ਕੇ ਲੋਕੀ ਵੀਡੀਓ ਬਣਾਉਂਦੇ ਨੇ ਟਿਕਟੋਕ ਦੀਆਂ, ਹੈ। ਤੇ ਤੁਸੀਂ ਰਿੰਗ ਲਾਈਟ ਲਾ ਕੇ ਤੁਸੀਂ ਕਿਹਾ ਮੈਂ ਵੀਡੀਓ ਤੇ ਨਹੀਂ ਬਣਾਉਣੀ ਆਉਂਦੀ ਮੈਨੂੰ, ਮੈਂ ਰਿੰਗ ਲਾਈਟ ਲਾ ਕੇ ਭਿੰਡੀਆਂ ਹੀ ਕੱਟ ਲਾ। ਤੁਸੀਂ ਥੋੜੀ ਜਿੰਨੀ ਕਰ ਲਿਆ ਕੰਮ। ਸੱਚੀ ਗੱਲ ਪੁੱਛੇ ਨਾ,
ਸੱਚੀ ਪੁੱਛੇ ਨਾ ਦਿਲ ਦੀ ਗੱਲ। ਹਾਂ ਮੈਂ ਐਨਕ ਲਾ ਕੇ ਵੀ ਦੇਖਣ ਡਈ ਸੀ ਤੇ ਮੈਨੂੰ ਸਹੀ ਨਹੀਂ ਸੀ ਸਮਝ ਆਉਂਦਾ। ਨਹੀਂ ਤੇ ਤੁਸੀਂ ਦਿਨੇ ਦਿਨੇ ਸੂਰਜ ਦੇ ਚਾਨਣੇ 'ਚ ਬਣਾਉਣਾ ਸੀ ਨਾ ਪੁੱਤਰ। ਉਹ ਫਿਰ ਬਸ ਦਿਲ ਨਹੀਂ ਸੀ ਮੇਰਾ, ਦਿਲ ਸੀ ਅੱਜ ਬਾਹਰੋਂ ਲਿਆ ਕੇ ਕੁਛ ਹਾਏ ਦਿਲ ਹੈ ਕਿ ਮਾਨਤਾ ਨਹੀਂ। ਲੱਗੀ ਆ ਤੇ ਹੁਣ ਕੱਲ ਤੋਂ ਆਪਾਂ ਬਾਹਰ ਚੱਲ। ਵੇਲਾ ਅੱਗੇ ਮੈਨੂੰ ਮੀਂਹ ਦੇ ਵਿੱਚ ਕਲਾ ਕੇ ਮੇਰੇ ਕੋਲ ਭਿੰਡੀਆਂ ਮੰਗਵਾਈਆਂ ਨੇ ਅਸਰ ਵੇਲੇ ਹੈ ਚਿੱਟਾ ਪੈਣ ਲਿਆ ਕਾਲੇ ਬੱਦਲ ਮੈਂ ਕੰਮ ਕਰਨਾ ਸੀ ਨਹੀਂ ਮੈਨੂੰ ਸਬਜ਼ੀ ਲਿਆ ਕੇ ਦੇ ਨਹੀਂ ਮੈਨੂੰ ਸਬਜ਼ੀ ਲਿਆ ਕੇ ਦੇ ਤੁਸੀਂ ਮੈਨੂੰ ਕਿਹਾ ਸਬਜ਼ੀ ਲੈ ਕੇ ਜੋ ਮੈਂ ਸਾਰੇ ਕੰਮ ਛੱਡ ਕੇ ਮੈਂ 3 ਮਹੀਨਿਆਂ ਦੀ ਕਮੇਟੀ ਪਾਉਣ ਡਈ ਸੀ। ਅੱਛਾ ਠੀਕ ਆ ਤੇ ਉਹ 3 ਮਹੀਨਿਆਂ ਦੀ ਰੋਜ਼ ਦੇ 10 ਰੁਪਏ ਜਮ੍ਹਾਂ ਕਰਦੀ ਸੀ। ਅੱਛਾ ਠੀਕ ਆ ਉਹ ਹੁਣ ਅੱਜ ਪੂਰੀ ਹੋ ਗਈ ਆ। ਅੱਛਾ ਮੈਨੂੰ ਮਿਲ ਗਈ ਆ। ਹੁਣ ਤੈਨੂੰ ਪਤਾ ਨਾ 3 ਮਹੀਨਿਆਂ ਦੇ 10 ਰੁਪਏ ਕਿੰਨੇ ਬਣਦੇ ਆ। 300 ਰੁਪਇਆ ਪੂਰਾ। ਹਾਂ ਅੱਛਾ ਤੇ ਪੂਰੇ 300 ਰੁਪਏ ਦਾ ਤੁਸੀਂ ਮਤਲਬ ਇੱਕ ਮਲਾਈ ਬੋਟੀ ਪੂਰੀ ਖਾ ਲੈਣੀ। ਨਹੀਂ ਆਉਂਦੀ। ਇੱਕ ਮਲਾਈ ਬੋਟੀ ਪੂਰੀ ਤੁਸੀਂ ਇੰਨਾ ਖਾ ਕੇ ਕੀ ਕਰਨਾ? ਨਾ ਵੰਡ ਕੇ ਖਾਵਾਂਗੇ। ਐਡੀ ਵੱਡੀ ਕਮੇਟੀ ਕਿਸੇ ਹੋਰ ਨੇ ਵੀ ਪਾਉਣੀ ਹੋਵੇ ਨਾ ਤੇ ਤੁਸੀਂ ਭਾਈ ਰਾਬਤਾ ਕਰ ਸਕਦੇ ਸਾਡੇ ਨਾਲ। ਮਿਨੀ ਫੈਮਿਲੀ ਦੀ ਮਾਂ ਜਿਹੜੀ ਹੈ ਨਾ ਠੀਕ ਹੈ ਹੁਣ ਕਮੇਟੀਆਂ ਵੀ ਸ਼ੁਰੂ ਕਰਤੀਆਂ ਨੇ। ਵਾਹ ਜੀ ਵਾਹ ਇਹ ਕਮੇਟੀਆਂ ਦਾ ਕੰਮ ਤੁਸੀਂ ਇਕੱਲੇ ਪਾ ਲਿਆ ਮੈਨੂੰ ਤਾਂ ਦੱਸਿਆ ਨਹੀਂ ਮੇਰੀ ਵੀ ਨਾਲ ਰਲਾ ਲੈਂਦੇ। ਨਾ ਤੂੰ ਭਲਾ ਕਮੇਟੀਆਂ ਦਿੰਨਾ ਨਾ ਮਾਂ ਨੂੰ। ਨਹੀਂ। ਕੋਲ ਕੋ ਗੁੱਸਾ ਵੱਖਰਾ ਰੱਖਦਾ ਵਾ। ਨਹੀਂ ਤੇ ਮੈਂ ਵੀ ਦੇ ਦਿੰਦਾ ਹੁਣ ਵੇਖੋ ਤੁਸੀਂ ਹੁਣ ਮਲਾਈ ਬੋਟੀ ਖਾ ਲਓਗੇ ਫਿਰ ਮੈਂ ਭੁੱਖਾ ਰਹੂੰਗਾ ਹੁਣ। ਆ ਤੇਰੇ ਗੀਸੇ ਜਿਹੜੇ ਉਹਨਾਂ ਨੂੰ ਚਾਬੀਆਂ ਲੱਗੀਆਂ ਖੋਲ ਹੀ ਨਹੀਂ ਸਕਦਾ ਬੰਦਾ। ਮੈਂ ਇੱਥੇ ਜਿਪ ਲਾ ਕੇ ਨਾ ਮੈਂ ਜੰਦਰਾ ਲਵਾਇਆ ਨਾ ਨਾਲ ਮੈਂ ਇੱਥੇ ਜੰਦਰੀ ਮਾਰ ਲੈਣੀ ਜਾਂ ਮੈਂ ਲਾਕਰ ਲਵਾਇਆ ਮੈਂ ਨਾਲ ਟਿਚ ਬਟਨ ਜੇ ਲਵਾਏ ਨੇ। ਚਾਚਾ ਜੀ ਤੂੰ ਟੈਨਸ਼ਨ ਨਾ ਲਾ ਮੈਨੂੰ ਪਤਾ ਵਾ ਉਹ ਜਿਹੜੇ ਦਰਾਜ ਜਾਵੇਂ ਕਹਿੰਦੇ ਨੇ ਮੈਂ ਇੱਥੇ ਤਾਂ ਲੈਟਾਂ ਰੱਖੀਆਂ ਮੈਂ ਤਾਂ ਆਦੀਆਂ ਟੂਟੀਆਂ ਰੱਖੀਆਂ ਮੈਂ ਤਾਂ ਆਦੇ ਚਾਰਜਰ ਰੱਖੇ ਮੈਨੂੰ ਪਤਾ ਜਿਹੜਾ ਚਾਰਜ ਕਰਾਉ ਕਿੰਨਾ ਪਿਆ। ਲਾਦਾ ਤੁਸੀਂ ਪਿੱਛੇ ਕਿਤੇ ਫਰੋਲਾ ਕੀਤੀਆਂ ਨਾ ਤੁਸੀਂ। ਮੈਨੂੰ ਲੱਗ ਗਿਆ ਪਤਾ ਮੈਂ ਚਾਬੀ ਲੱਭ ਗਈ। ਜੇ ਹੁਣ ਮੇਰੀ ਗੱਲ ਸੁਣੋ ਜੇ ਹੁਣ ਭਿੰਡੀਆਂ ਕੱਟੀਆਂਗੇ ਨਾ ਤਾਂ ਤੁਸੀਂ ਇਹਨੂੰ ਬੰਦ ਕਰ ਦਿਓ ਉੱਤੇ 1 2 3 4 5 6 7 8 ਬਲਬ ਉੱਤੇ ਬਾਲੇ ਨੇ ਤੇ ਅਜੇ ਸਵੇਰੇ ਰੋਜ਼ ਨਾਮ ਚ ਆਇਆ ਅਜੇ ਪਰਸੋਂ ਗੈਸ ਦਾ ਤਾਰ ਹੈ ਤੇ ਅੱਜ ਜਿਹੜਾ ਨਾ ਇਹ ਆ ਗਿਆ ਅੱਲਾ ਤੁਹਾਡਾ ਭਲਾ ਕਰਿਆ ਵੇਖੋ 11500 ਤੇ 8 ਰੁਪਏ। ਇਹਨੂੰ ਵੇਖ ਕੇ ਨਾ ਤਾਂ ਮੇਰਾ ਬਲੱਡ ਸਰੀਰ ਦਾ ਲੋ ਹੋਇਆ ਵਾ। ਅੱਛਾ ਇਹਨੂੰ ਵੇਖ ਕੇ ਹਾਈ ਹੋਣਾ ਸੀ ਕਿ ਲੋ ਹੋਣਾ ਸੀ ਪਹਿਲਾਂ ਮੈਨੂੰ ਇਹ ਦੱਸੋ। ਹਾਈ ਨਹੀਂ ਹੋਇਆ ਅੱਜ ਲੋ ਹੋ ਗਿਆ ਵਾ। ਅੱਜ ਲੋ ਹੋ ਗਿਆ ਓਏ ਇੰਨਾ low ਹੋ ਗਿਆ ਹੋਏ ਵਾ। ਹੋਏ 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 ਮੇਰਾ ਬਲੱਡ ਪਤਾ ਕਿੰਨਾ ਸੀ 102 ਅੱਛਾ ਤੇ ਨਿਚਲਾ ਹੈਗਾ ਸੀ 60 ਕੀ ਬਾਤ ਤੇ ਮੇਰੇ ਕੋਲ ਤੁਰ ਨਹੀਂ ਹੁੰਦਾ ਸੀ। ਅੱਛਾ ਹਾਂ ਆ ਮੇਰੇ ਆਨੇ ਨਾ ਕੱਢ ਤੈਨੂੰ ਬੜੇ ਕਰਦੇ ਬਸ ਹੋ ਨਹੀਂ ਆਨੇ ਨਿਕਲਦੇ ਤੇ ਬਾਲਿਆ ਕਿਉਂ ਸੀ ਫਿਰ ਇਹਨੂੰ ਬਾਲਿਆ ਕਿਉਂ ਸੀ ਬੱਤੀ ਤੁਸੀਂ ਪਤਾ ਕਿੰਨੀ ਬੱਤੀ ਬਾਲ ਛੱਡੀ ਤੇ ਉਹਨੇ ਦੇ ਭਿੰਡੀਆਂ ਨਹੀਂ ਹੋਣੀਆਂ ਭਿੰਡੀਆਂ ਹਰ ਸਬਜ਼ੀ ਨੂੰ ਅੱਗ ਲੱਗ ਗਈ ਯਾਰ ਭਿੰਡੀ 200 ਰੁਪਏ ਕਿਲੋ ਹੋ ਗਈ ਬੜੀ ਮਹਿੰਗੀ ਹੋ ਗਈ ਭਿੰਡੀ। ਸਰਕਾਰ ਲੱਭਣ ਡਈਆਂ ਵਾ ਉੱਤੋਂ ਜਿਹੜੇ ਹਾਲਾਤ ਬਣੇ ਖੜੋਤੇ ਆ ਨਾ ਮੁਲਕ ਦੇ ਤੇ ਆ ਜਿਹੜੇ ਸਲਾਬ ਆਏ ਖੜੋਤੇ ਆ ਹਰ ਸ਼ਾਇਦ ਡੁੱਬੀ ਫਿਰਦੀ ਆ ਅੱਲਾ ਤੋਂ ਮਾਫੀ ਮੰਗਦੇ ਆ ਅੱਲਾ ਪਾਕ ਕਰਮ ਕਰ ਮੁਸਲਮਾਨਾਂ ਤੇ ਰਹਿਮ ਕਰ ਤੇ ਆਪਦੇ ਇਜ਼ਮਾਨ ਚ ਰੱਖ ਯਾ ਅੱਲਾ ਮਾਲਕਾ ਆਮੀਨ ਆਮੀਨ ਹਰ ਸੁਭਾਨ। ਗਰੀਬ ਦੀ ਰੋਜ਼ੀ ਰੁੜ ਗਈ ਆ ਗਰੀਬਾਂ ਦੇ ਟੱਬਰ ਰੁੜ ਗਏ ਆ ਨਾ ਰੱਬ ਵੇਖਦਾ ਕਿ ਤਖਤੀਆਂ ਵਾਲਿਆ ਤੇ ਨਾ ਪਾ ਰੱਬ ਵੇਖਦਾ ਝੁੱਗੀਆਂ ਵਾਲਿਆ ਰੱਬ ਨੂੰ ਜੋ ਚੰਗਾ ਲੱਗਦਾ ਉਹੀ ਕਰਦਾ ਵਾ ਤੇ ਅਸੀਂ ਕੌਣ ਹੁੰਨੇ ਦਖਲ ਦੇਣ ਵਾਲੇ। काफ़ी ज़्यादा हो गया अगर आप लोगों की इजाज़त हो तो थोड़ा सा भाई खाना खा ले क्योंकि बड़ी मिन्नतें तरले और पता नहीं क्या क्या करने के बाद घर में खाना बना है क्योंकि आज माँ जी का दिल बिल्कुल भी नहीं था घर में खाना बनाने का। माँ जी कह रहे थे कि पुत्र आज आप चलना है बाजार ठीक है तो अज आप होटल की रोटी खानी है तो मैं क्या माँ जी होटल के उत्तों बाहर जो बारिश आ गई ना बदल बहुत ज़्यादा पे ने तो कोई पता नहीं लेकिन माँ जी ने फिर भी गर्मी के बलते सड़ते मेहनत मुशक्कतां करके ਲੋਕਾਂ ਦੇ ਪੁੱਤਰਾਂ ਦੀਆਂ ਮਾਵਾਂ ਨੂੰ ਹੋਟਲਾਂ ਤੇ ਰੋਟੀ ਖਵਾ ਕੇ ਲਿਆਉਂਦੇ ਸੈਰ ਕਰਾ ਕੇ ਲਿਆਉਂਦੇ ਆ ਬਾਹਰ ਰਿਸ਼ਤੇਦਾਰਾਂ ਦੇ ਘਰ ਮਿਲਾ ਕੇ ਲਿਆਉਂਦੇ ਸਹੇਲੀਆਂ ਸੁਲੇ ਮੇਰਾ ਪੁੱਤਰ ਕਹਿੰਦਾ ਲੈ ਬਾਹਰ ਕੀ ਪਿਆ ਵਾ। ਹੁਣ ਪਹਿਲੀ ਗੱਲ ਮੈਂ ਸਾਰੀਆਂ ਗੱਲਾਂ ਦਾ ਜਵਾਬ ਦੇਣਾ। ਪਹਿਲੀ ਗੱਲ ਰਿਸ਼ਤੇਦਾਰ ਦੇ ਘਰ ਤੁਸੀਂ ਜਾਣਾ ਪਸੰਦ ਨਹੀਂ ਕਰਦੇ। ਦੂਸਰਾ ਕੁਐਸਚਨ ਮਾਂ ਜੀ ਦਾ ਕਿ ਸਹੇਲੀਆਂ ਨਾਲ ਮਿਲਾ ਕੇ ਲੈਂਦੇ ਮੇਰੀ ਸਹੇਲੀ ਕੋਈ ਨਹੀਂ ਠੀਕ ਹੈ। ਤੀਸਰਾ ਕੁਐਸਚਨ ਇਹਨਾਂ ਦਾ ਆ ਗਿਆ ਨਾ ਤੁਸੀਂ ਫਿਰ ਆਪਦੀਆਂ ਸਹੇਲੀਆਂ ਦਾ ਮੈਂ ਕਿਹਾ ਕਿਤੇ ਕਹਿੰਦੀ ਆਪਦੀਆਂ ਸਹੇਲੀਆਂ ਮੇਰੀ ਸਹੇਲੀ ਕੋਈ ਨਹੀਂ। ਤੀਸਰਾ ਕੁਐਸਚਨ ਤੁਹਾਡੀਆਂ ਸਹੇਲੀਆਂ ਜਿਹੜੀਆਂ ਨਾ ਉਹ ਨੇੜੇ ਕੋਈ ਨਹੀਂ ਵਈਆਂ। ਚੌਥਾ ਕੁਐਸਚਨ ਬਾਹਰ ਬੱਦਲ ਸੀ ਮੈਂ ਤਾਂ ਲੱਗਿਆ ਤੇ ਪੰਜਵਾਂ ਤੇ ਸਭ ਤੋਂ ਮੇਨ ਤੇ ਇੰਪੋਰਟੈਂਟ ਕੁਐਸਚਨ ਜੇ ਇੱਕ ਸਵਾਲ ਦੇ ਵਿੱਚ ਨਾ ਇੱਕ ਜਵਾਬ ਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨਾ ਛੁਪੇ ਹੋਏ ਨੇ। ਇਸ ਤਰ੍ਹਾਂ ਦਾ ਖਾਣਾ ਬਾਹਰੋਂ ਲੱਭਣਾ ਮੈਨੂੰ ਇਹ ਦੱਸੋ ਇਸ ਤਰ੍ਹਾਂ ਦਾ ਇਹਦੇ ਨਾਲ ਦਾ ਖਾਣਾ ਇਹਦੇ ਨਾਲ ਦਾ ਸਵਾਦ ਬਾਹਰੋਂ ਲੱਭਣਾ ਰੋਜ਼ ਹੀ ਕਦੀ ਵੀ ਨਾ ਇਹ ਸਵਾਦ ਤੇ ਬਾਹਰੋਂ ਕਦੀ ਵੀ ਨਹੀਂ ਮਿਲ ਸਕਦਾ ਸੀ। ਜੋਆਂ ਦੀ ਰੋਟੀ ਬਾਹਰੋਂ ਲੱਭਣੀ ਹੈ ਨਾ ਕਦੀ ਵੀ ਨਹੀਂ ਲੱਭਣੀ। ਮੈਂ ਹੁਣ ਤੁਹਾਨੂੰ ਚੈੱਕ ਕਰਕੇ ਦੱਸਣਾ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਲੱਭ ਜਾਂਦੇ ਆ ਸਾਊਦੀ ਅਰਬ ਜਾਣਾ ਲੱਭਦੇ ਨਾ ਇੱਥੋਂ ਨਹੀਂ ਲੱਭਦੇ। ਬਿਸਮਿਲ੍ਲਾਹਿਰ ਰਹਿਮਾਨ ਇੰਜ ਕਰਕੇ ਤੁਸੀਂ ਬੁਰਕੀ ਲਾਣੀ ਹੈ ਠੀਕ ਹੈ। ਹਲਕੀ ਜਿਹੀ ਬੋਟੀ ਹਲਕਾ ਜਿਹਾ ਭਿੰਡੀਆਂ ਦਾ ਸਾਲਨ ਆਹਾ ਰਾਇਤਾ ਤਾਂ ਪੂਰਾ ਨਾ मैं कहना खीर मज़ेदार। हाँ ये रहता ना रखना सच चेता भूल गया। खाना खाएं फिर कंटिन्यू करते हैं।
A few moments अच्छा जी later. खाना शाना खा के तुम लोग हो गए थे फ्री ठीक है अभी माँ जी का ब्लड प्रेशर ना आज थोड़ा पहले ज़्यादा होता है ਅੱਜ ਬੇਬੇ ਕਹਿੰਦੀ ਮੇਰਾ ਬਲੱਡ ਪ੍ਰੈਸ਼ਰ ਲੋ ਹੋ ਜਾ ਰਿਹਾ ਤੇ ਇੱਥੇ ਅੱਜ ਤੁਹਾਡੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਸੀ ਕਿ ਤੁਸੀਂ ਯਾਰ ਆਪਾਂ ਨੂੰ ਜਿਹੜਾ ਨਾ ਆਪਣੇ ਸਨੈਪਚੈਟ ਅਕਾਊਂਟ ਦੇ ਉੱਤੇ ਫੋਲੋ ਨਹੀਂ ਕੀਤਾ ਠੀਕ ਹੈ ਨਾ ਆਪਣੇ ਤੁਸੀਂ ਇੰਸਟਾ ਤੇ ਫੋਲੋ ਕੀਤਾ ਆਪਣਾ ਇੰਸਟਾਗ੍ਰਾਮ ਦਾ ਅਕਾਊਂਟ ਹੈ ਮਿਨੀ ਫੈਮਿਲੀ MINIFAMILY 002 ਇਹ ਆਪਣਾ ਇੰਸਟਾਗ੍ਰਾਮ ਦਾ ਅਕਾਊਂਟ ਹੈ 002 ਹੀ ਆਪਣਾ ਦਾ ਕੀ ਕਹਿੰਦੇ ਨੇ ਟਿਕਟੋਕ ਦਾ ਅਕਾਊਂਟ ਹੈ ਤੇ ਮਿਨੀ ਫੈਮਿਲੀ 002 ਇਹ ਆਪਣਾ ਸਨੈਪਚੈਟ ਦਾ ਅਕਾਊਂਟ ਹੈ ਸਨੈਪਚੈਟ ਦੇ ਆਪਣੇ ਦੋ ਅਕਾਊਂਟ ਨੇ ਇੱਕ 002 ਇੱਕ 002 ਤੇ ਜਿਹੜਾ 002 ਵਾਲਾ ਨਾ ਉਸ ਅਕਾਊਂਟ ਦੇ ਉੱਤੇ ਜਾ ਕੇ ਤੁਸੀਂ ਆਪਾਂ ਨੂੰ ਫੋਲੋ ਕਰਨਾ ਹੈ ਠੀਕ ਹੈ ਜਿੰਦੇ ਉੱਤੇ ਆਪਣੇ 1,22,000 ਫਾਲੋਅਰ ਨੇ ਉਹ ਆਪਣਾ ਮੇਨ ਅਕਾਊਂਟ ਨੇ ਠੀਕ ਹੈ ਯੂਜ਼ਰ ਨੇਮ ਦੂਸਰੇ ਅਕਾਊਂਟ ਦੇ ਕਿਉਂਕਿ ਸਨੈਪਚੈਟ ਤੁਹਾਨੂੰ ਪਤਾ ਹੈ 1 ਸਾਲ ਬਾਅਦ ਯੂਜ਼ਰ ਨੇਮ ਚੇਂਜ ਹੁੰਦਾ ਤੇ ਜਿਹੜਾ 002 ਵਾਲਾ ਹੈ ਠੀਕ ਹੈ ਉਹ ਆਪਣਾ ਮੇਨ ਅਕਾਊਂਟ ਹੈ ਇਸ ਟਾਈਮ ਉਹਦੇ ਤੇ ਜਾ ਕੇ ਤੁਸੀਂ ਸਾਰੇ ਨੇ ਆਪਣਾ ਨੂੰ ਫੋਲੋ ਕਰਨਾ ਹੈ ਠੀਕ ਹੈ ਤਾਂ ਕਿ ਆਪਾਂ ਜਿਹੜਾ ਨਾ ਇੰਸਟਾਗ੍ਰਾਮ ਦੇ ਉੱਤੇ ਵੀ ਆਪਾਂ ਜਿਹੜਾ ਲਾਈਵ ਅਪਡੇਟ ਕਰਨਾ ਰਹੀਏ ਸਾਰਾ ਦਿਨ ਕਿ ਬੇਬੇ ਕੀ ਕਰ ਰਹੀ ਹੈ ਕੀ ਕਰ ਰਿਹਾ ਵੈਸੇ ਤੇ ਆਪਾਂ ਅਪਡੇਟ ਰਹੀਦਾ ਹੈ ਲੇਕਿਨ ਇੰਸਟਾ ਤੇ ਅਪਡੇਟ ਰਹਿਣਾ ਜ਼ਰੂਰੀ ਹੈ ਤੁਹਾਡਾ ਬੀਪੀ ਚੈੱਕ ਹੋ ਰਿਹਾ ਤੁਸੀਂ ਨਾ ਘੂਰੀ ਪਾਣੀ ਹੈ ਤੇ ਨਾ ਬੋਲਣਾ ਠੀਕ ਹੈ ਚੁੱਪ ਕਰਕੇ ਖਾਮੋਸ਼ੀ ਸ਼ਾਂਤੀ ਦੇ ਨਾਲ ਲੈ ਜੀ ਮਸ਼ੀਨ ਇਧਰ ਖੁੱਲਣ ਵਾਲੀ ਅੱਲਾ ਭਲਾ ਕਰੇ ਤੁਹਾਡਾ ਆ ਚੈੱਕ ਕਰਿਆ ਜੀ ਹੈ ਬਿਲਕੁਲ ਆਖਰੀ ਕਰੀ ਕਿਹਨੂੰ ਹੱਥ ਲਾਤਾ ਮੈਂ ਤੇ ਕਿਸੇ ਨੂੰ ਵੀ ਹੱਥ ਨਹੀਂ ਲਾਇਆ ਮੈਂ ਤੇ ਕਿਸੇ ਸ਼ੈ ਨੂੰ ਵੀ ਹੱਥ ਨਹੀਂ ਲਾਇਆ ਮੇਰੇ ਤੇ ਐਵੇਂ ਪਾਈ ਜਾਂਦੇ ਜੇ ਵੇਲਾ ਇੱਕ ਤੇ ਨਾ ਬੰਦਾ ਬਸ ਵਹਿਮੀ ਨਾ ਹੋਵੇ ਬੰਦਾ ਵਹਿਮ ਦਾ ਸ਼ਿਕਾਰ ਹੋ ਗਿਆ ਨਾ ਤਾਂ ਮੈਂ ਕਹਿੰਦਾ ਦੁਨੀਆ ਦੇ ਤੁਸੀਂ ਕੋਈ ਵੀ ਕੰਮ 'ਚ ਕਾਮਯਾਬ ਨਹੀਂ ਹੋ ਸਕਦੇ ਮੈਂ ਸਿਰਫ ਇੰਜ ਕਰਕੇ ਕੈਮਰਾ ਨੇੜੇ ਕੀਤਾ ਮੈਂ ਹੱਥ ਕਿੱਥੇ ਲਾਇਆ ਨਾ ਮੈਂ ਉਹਨੂੰ ਹੱਥ ਲਾਇਆ ਫੋਮ ਜੇ ਨੂੰ ਨਾ ਮਸ਼ੀਨ ਨੂੰ ਹੱਥ ਲਾਇਆ ਆਪੇ ਹੀ ਹੱਥ ਲਾਈ ਜਾਂਦੇ ਆਪੇ ਹੀ ਬੋਲੀ ਜਾਂਦੇ ਆਪੇ ਹੀ ਲੱਗੇ ਜੇ ਸਾਡਾ ਗਰੀਬਾਂ ਦਾ ਕੀ ਸਾਡਾ ਗਰੀਬਾਂ ਦਾ ਕਾਹਦਾ ਇਸ਼ਕ ਸਾਡੇ ਗਰੀਬਾਂ ਦੀ ਕਾਹਦੀ ਜ਼ਿੰਦਗੀ ਸਾਡੀ ਤੇ ਚਾਹ ਪੱਤੀ 'ਚ ਲੰਘ ਗਈ ਕਦੀ ਚਾਹ ਮੋਗੀ ਗੁੜ ਲਿਆਂਦਾ ਪੱਤੀ ਮੋਗੀ ਗੁੜ ਲਿਆਂਦਾ ਗੁੜ ਮੋਗਿਆ ਤੇ ਪੱਤੀ ਲਿਆਂਦੀ ਹੈ ਹੁਣ ਤੇ ਸਾਨੂੰ ਚਾਹ ਵੀ ਨਹੀਂ ਮਾਫਕ ਮਤਲਬ ਪੀਣ ਵੀ ਨਹੀਂ ਦਿੰਦੇ ਕੀ ਕਰੀਏ ਇੱਕ ਤੇ ਡਾਕਟਰ ਨੇ ਬੰਦ ਕਰਤੇ ਜੇ ਕਿਤੇ ਭੁੱਲ ਚੁੱਕ ਕੇ ਬਣਾ ਲਈ ਆਇਆ ਤੇ ਇੱਧਰ ਹਾਈ ਸਾਹਿਬ ਜਿਹੜਾ ਦਬਕਾ ਮਾਰਦੇ ਨੇ ਖਬਰਦਾਰ ਜੇ ਚਾਹ ਪੀਤੀ ਤੇ ਡਾਈਟਿੰਗਾਂ ਕਾਹਦੀ ਉੱਤੋਂ ਤੇ ਚਾਹ ਪੀਤੀ ਨਾ ਮਿੱਠੇ ਪਾ ਕੇ ਬਸ ਇੰਨਾ ਚੁੱਪ ਹੋ ਗਿਆ ਜੇ ਬੰਦਾ ਬਲੱਡ ਚੈੱਕ ਕਰਾਵੇ ਤੇ ਮੈਂ ਕਹਿੰਦਾ ਇੰਜ ਤੁਹਾਡੇ ਚੁੱਪ ਹੋਣ ਦਾ ਫਾਇਦਾ ਤੇ ਨਹੀਂ ਕਿਉਂ ਭਲਾ ਤੁਸੀਂ ਦਿਮਾਗ ਦੇ ਵਿੱਚ ਅੰਦਰੋਂ ਅੰਦਰ ਹੀ ਬੋਲਣ ਦੇ ਜੇ 138 77 ਨਹੀਂ ਇੰਨਾ ਕੁ ਠੀਕ ਹੈ ਚੱਲਦਾ ਐਵਰੇਜ ਬਸ ਇੰਜੋਏ ਕਰੋ ਜ਼ਿੰਦਗੀ ਨੂੰ ਛੋਟੀ ਜਿਹੀ ਜ਼ਿੰਦਗੀ ਹੈ ਮੈਂ ਕੱਲ ਦੇ ਵਾਲ ਆਤੇ ਚੇਂਜ ਕੀਤੇ ਨਾ ਤੁਹਾਨੂੰ ਇੱਧਰ ਗੰਜ ਨਜ਼ਰ ਆ ਰਿਹਾ ਹੁਣ ਇੱਧਰ ਨਹੀਂ ਨਜ਼ਰ ਆ ਰਿਹਾ ਹੈ ਐਨ ਹੋਣੇ ਸ਼ੁਰੂ ਕੀਤੇ ਸਾਰੀ ਦੁਨੀਆ 'ਚ ਸੱਚੇ ਪਾਸੇ ਨੂੰ ਆਉਂਦੀ ਪਰ ਤੁਹਾਡਾ ਭਰਾ ਖੱਬੇ ਪਾਸੇ ਨੂੰ ਆਉਂਦਾ ਕਿਉਂ ਕਿਉਂਕਿ ਤੁਹਾਡਾ ਭਰਾ ਦੁਨੀਆ ਤੋਂ ਅੱਲਾ ਕੇ ਚੱਲਦਾ ਹੈ ਕਿਉਂਕਿ ਦਿਲ ਦੀ ਸਲੋ ਆਵੇ ਤੂੰ 55 ਤੇ 60 ਤੋਂ 70 80 ਤੱਕ ਹੋਣੀ ਚਾਹੀਦੀ ਦਿਲ ਦੀ ਧੜਕਨ ਤੇਜ਼ ਕਰ ਲੈਣਾ ਆਪਾਂ ਦਿਲ ਦੇ ਦਿਆ ਹੈ ਜਾਨ ਤੁਮੇ ਦੇਂਗੇ दगा नहीं करेंगे सनम दिल ਦੀ ਧੜਕਨ ਤੇਜ਼ ਕਰਨ ਵਾਸਤੇ ਸਾਹਿਬ ਜੀ ਬਾਹਰ ਨਿਕਲਣਾ ਪੈਣਾ ਭੱਜਣਾ ਪੈਣਾ ਤੁਰਨਾ ਪੈਣਾ ਲੰਮੇ ਪੈ ਕੇ ਦਿਲ ਦੀ ਧੜਕਨਾਂ ਸਲੋ ਹੀ ਹੁੰਦੀਆਂ ਨੇ ਠੀਕ ਹੈ ਇੰਜ ਲੰਮੇ ਪਿਆ ਦਿਲ ਦੀ ਧੜਕਨਾਂ ਤੇਜ਼ ਨਹੀਂ ਤੇ ਐਸ ਉਹ ਤਾਂ ਕੰਮ ਕਰਕੇ ਹਟੀਆਂ ਨੇ ਓਏ ਸੋਹਣੀ ਐ ਇਸ ਮਸ਼ੀਨ 'ਚ 5-7 ਨੰਬਰਾਂ ਦਾ ਫਰਕ ਪੈਂਦਾ ਹੀ ਰਹਿੰਦਾ ਤੇ ਐਵੇਂ ਨਾ ਤਪੀ ਰਿਆ ਕਰ ਨਾ ਤਪੀ ਰਿਆ ਕਰ ਆ ਹੁਣ ਦਿਲ ਦੀ ਧੜਕਨ ਚੈੱਕ ਕਰੋ ਵੇਖਿਆ ਤੇਜ਼ ਹੁੰਦੀ ਕਿ ਆ ਹੁਣ ਤੇਜ਼ ਜੇ ਇਸ ਟਾਈਮ ਚੈੱਕ ਕਰੋ ਮੈਂ ਕਹਿੰਦਾ ਕਸਵੇ ਪੱਕੀ ਰੇ ਵਾਲਾ ਮੱਥਾ ਫੜ ਕੇ ਬਹਿ ਗਈ ਆਹੇ ਹਾਏ 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 ਪਤਾ ਨਹੀਂ ਕਿੱਥੋਂ ਬੇਬੇ ਨੂੰ ਇੰਨੀ ਨੀਂਦ ਚੜੀ ਏ ਮੈਂ ਕਹਿੰਦਾ ਬੇਬੇ ਕਹਿੰਦੀ ਬਸ ਮੈਨੂੰ ਨਾ ਮਾੜਾ ਜਿਹਾ ਕੰਮ ਕਰਾਂ ਘੰਟੇ ਕੁ ਬਾਅਦ ਨਾ ਮੈਂ ਘੂਕੀ ਮਾੜੀ ਜਿਹੀ 10 ਮਿੰਟਾਂ ਦੀ ਲਾਈ ਰੱਖਾਂ ਵੈਸੇ ਸਹੀ ਸੀ ਇਨਸਾਨ ਬਲੱਡ ਲੋ ਹੋਵੇ ਨਾ ਉਦੋਂ ਨੀਂਦ ਆਪੇ ਨੀਂਦ ਕੀ ਹੁੰਦੀ ਆ ਬੰਦੇ ਨੂੰ ਚੜਦਾ ਭਾਵੇਂ ਬਲੱਡ ਲੋ ਹੋਵੇ ਭਾਵੇਂ ਲੈਵਲ ਹਾਈ ਹੋਵੇ ਹੈ ਮੈਂ ਕਹਿੰਦਾ ਨਹੀਂ 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 ਤੁਸੀਂ ਜਿਹੜਾ ਨਾ ਮੈਨੂੰ ਲੱਗਦਾ ਪੱਕੇ ਕੋਈ ਡਾਕਟਰ ਬੈਠਾ ਉਹਨਾਂ ਕੋਲ ਡਾਕਟਰ ਨੂੰ ਵੀ ਸਮਝਾਉਣਾ ਆਗੋ ਜੇ ਬਲੱਡ ਲੋ ਹੋਵੇ ਨਾ ਡਾਕਟਰ ਸਾਹਿਬ ਫਿਰ ਇੰਜ ਹੋਣਾ ਚਾਹੀਦਾ ਬਲੱਡ ਹਾਈ ਹੋਵੇ ਇੰਜ ਡਾਕਟਰ ਜਿਹੜਾ ਸੋਚ ਪੈਂਦਾ ਕਹਿੰਦਾ ਭੈਣੇ ਮੈਂ ਡਾਕਟਰ ਹਾਂ ਕਿ ਤੂੰ ਡਾਕਟਰ ਹੈ ਮੈਨੂੰ ਦੱਸੇ ਡਾਕਟਰ ਦੀ ਨਹੀਂ ਸੁਣਨੀ ਆਪਣੀ ਸੁਣਾਉਣੀ ਡਾਕਟਰ ਬੰਦੇ ਨੇ ਇਨਸਾਨ ਨੂੰ ਨਾ ਸੋਚਣਾ ਚਾਹੀਦਾ ਵਾ ਅੱਲਾਹ ਤਾਲਾ ਨੇ ਬੰਦੇ ਨੂੰ ਸ਼ੌਰ ਦਿੱਤਾ ਹੋਇਆ ਵਾ ਅਕਲ ਦਿੱਤੀ ਹੋਈ ਆ ਦਿਮਾਗ ਦਿੱਤਾ ਵਾ ਸੋਚਣ ਦਾ ਤੇ ਫਿਰ ਤੂੰ ਡਾਕਟਰ ਕਿਉਂ ਨਹੀਂ ਬਣੀ ਸੁਗੋ ਡਾਕਟਰ ਕਿਉਂ ਨਹੀਂ ਬਣੀ ਤੂੰ ਡਾਕਟਰ ਕਿਉਂ ਨਹੀਂ ਬਣੀ ਆਪੇ ਹੁਣਿਆਂ ਨੇ ਪੜਾਇਆ ਹੀ ਉਹਨਾਂ ਕਾ ਬਸ ਹਾਂਡੀ ਰੋਟੀ ਕਰ ਲੈ ਤੇ ਪੱਠੇ ਵੰਡ ਲਿਓ ਤੇ ਇਹ ਡਾਕਟਰ ਘੱਟ ਆ ਇਹ ਵੀ ਡਾਕਟਰ ਹੈ ਪੱਠੇ ਵੜਨਾ ਵੀ ਇਹ ਡਾਕਟਰੀ ਹੈ ਪੱਠਿਆਂ ਵਾਲੀ ਡਾਕਟਰੀ ਹੈ ਹਾਂਡੀ ਰੋਟੀ ਕਰਨਾ ਹੈ ਹਾਂਡੀ ਰੋਟੀ ਵਾਲੀ ਡਾਕਟਰੀ ਕਿਚਨ ਦੀ ਡਾਕਟਰੀ ਪਰ ਮੇਰਾ ਮਿਸ਼ਨ ਜਿਹੜਾ ਸੀ ਨਾ ਹਾਂ ਦਿਲ ਦੀ ਖੁਆਇਸ਼ ਸੀ ਕਿ ਕਾਸ਼ ਕਿ ਮੈਂ ਕਿਤੇ ਡਾਕਟਰ ਬਣ ਹਾਏ ਹੁਣ ਡਾਕਟਰ ਜੇ ਮੇਰੀ ਗੱਲ ਸੁਣੋ ਕੋਈ ਬਿਮਾਰ ਹੁੰਦਾ ਤੁਸੀਂ ਜਾ ਕੇ ਦੱਸਦੇ ਨਹੀਂ ਇਹਨੂੰ ਆਹ ਦਿਓ ਇਹਨੂੰ ਕਬਜ਼ ਹੋਈ ਇਹਨੂੰ ਜੱਗ ਲੋਟਾ ਦਿਓ ਨਹੀਂ ਇਹ ਜਿਹੜਾ ਇੰਜ ਇੱਕ ਦਿਨ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮਤਲਬ ਸੀਰੀਅਸ ਸਟੋਰੀ ਕੋਈ ਮਜ਼ਾਕ ਨਹੀਂ ਅਸੀਂ ਨਾ ਮੈਡੀਕਲ ਸਟੋਰ ਤੋਂ ਦਵਾਈ ਲੈ ਰਹੇ ਅਸੀਂ ਉਰਲੇ ਡਾਕਟਰ ਕੋਲ ਨਾ ਡਾਕਟਰ ਆਣੇ ਲਿਆ ਕੇ ਕੋਈ ਜ਼ਿਆਦਾ ਉਸ ਟਾਈਮ ਨਾ ਮੈਡੀਸਨ ਲੈਣ ਵਾਸਤੇ ਤੇ ਉੱਥੋਂ ਲੰਘੇ ਨਾ ਪਰਲੇ ਵਾਲੇ ਕੋਈ ਮੈਂ ਨਹੀਂ ਸੀ ਜਾਣਦਾ ਤੇ ਕੋਈ ਪਿੰਡ ਦੇ ਨਾ ਹੁਣ ਨਾਨਕਿਆਂ ਲੋ ਕੋਈ ਬੇਬੇ ਉੱਥੇ ਮਹੱਲੇ ਦੇ ਸੀਗਾ ਕੋਈ ਬਜ਼ੁਰਗ ਸੀਗਾ ਠੀਕ ਹੈ ਡਾਕਟਰ ਅਜ਼ੀਜ਼ ਹਸਨ ਦੇ ਬਾਹਰ ਉਹਨਾਂ ਨੇ ਨਾ ਹਸਪੀਟਲ 'ਚ ਬਾਹਰ ਕੱਢ ਲਿਆ ਗੱਡੀ 'ਚ ਪਾਉਣ ਲੱਗੇ ਹੈ ਤੇ ਗੱਡੀ 'ਚ ਪਾਉਣ ਲੱਗੇ ਹਾਂ ਡਾਕਟਰ ਨੇ ਉਹਨੂੰ ਬਾਹਰ ਕੱਢ ਕੇ ਰੋਡ ਤੇ 4 ਪਈ ਰੱਖ ਕੇ ਤੇ ਉੱਥੇ ਉਹਨੂੰ ਡ੍ਰਿਪ ਲਾਉਣ ਡਿਆ ਤੇ ਡ੍ਰਿਪ ਲੱਗਦੀ ਨਹੀਂ ਸੀ ਹਾਂ ਸੜਕ ਦੇ ਵਿੱਚ ਉੱਥੇ ਰੋਡ ਤੇ ਹਸਪੀਟਲ ਦੇ ਬਾਹਰ ਕੱਢ ਕੇ ਮਤਲਬ ਹੈਰਾਨਗੀ ਲੱਗਾ ਬੇਬੇ ਨੇ ਇੰਜ ਨਾ ਚੈੱਕ ਕੀਤਾ ਨਾ ਬੁਰਲਾ
ਲੈ ਗਏ ਐਂ ਉਹਦੀ ਬਾਂਹ ਚੈੱਕ ਕੀਤੀ ਬਾਬੇ ਦੀ, ਇੰਜ ਨੱਕ ਨੂੰ ਹੱਥ ਲਾ ਕੇ ਪੈਰ ਚ ਕਹਿੰਦੀ ਬੁੱਢਲਾ ਮੁੱਕ ਗਿਆ ਤੁਹਾਡਾ ਬਸ। ਇਹ ਹੁਣ 4 ਮਿੰਟ ਨੇ ਬੁੱਢੇ ਦੇ, ਠੀਕ ਹੈ। ਤੁਸੀਂ ਬਾਬੇ ਨੂੰ ਐਵੇਂ ਤੰਗ ਨਾ ਕਰੋ ਤੇ ਤੁਸੀਂ ਇਹਨਾਂ ਨੂੰ ਘਰੇ ਲੈ ਜਾਓ। ਮੈਨੂੰ ਵੇਖੋ ਨਾ, ਗੱਲ ਸੋਚਣ ਦੀ ਹੈ। ਇੱਕ ਬਜ਼ੁਰਗ ਬੰਦਾ ਉਹ ਬਿਮਾਰ ਸੀ, ਡਾਕਟਰ ਨੇ ਉਹ ਡਾਕਟਰ ਕੋਲ ਲੈ ਕੇ ਆਏ। ਡਾਕਟਰ ਨੂੰ ਚਾਹੀਦਾ ਸੀ, ਉਹਨਾਂ ਨੇ ਵੇਖਿਆ ਚੈੱਕ ਕੀਤਾ, ਮੁਆਇਨਾ ਕਰਨਾ, ਡਾਕਟਰ ਨੂੰ ਦੱਸਣਾ ਚਾਹੀਦਾ ਮੀਆਂ ਵੀ ਅਸੀਂ ਇਹਦੀ ਕਾਰਵਾਈ ਕਰ ਲਈ ਆ, ਇਹ ਨਹੀਂ ਬਚਦਾ, ਮਰੀਜ਼ ਖਤਮ ਹੋਇਆ ਪਿਆ, ਠੀਕ ਹੈ, ਤੁਸੀਂ ਆਪਣੇ ਘਰ ਲੈ ਜਾਓ। ਨਹੀਂ, ਡਾਕਟਰ ਨੇ ਸਿਰਫ ਪੈਸਿਆਂ ਦੇ ਮਗਰ, ਡਾਕਟਰ ਨੇ 4 ਪਾਈ ਗੱਡੀ ਚੋਂ ਕਢਾਇਆ ਮਰੀਜ਼, ਵੈਗਨ ਚੋਂ ਵਿਚਾਰਿਆਂ ਨੇ ਕੱਢਿਆ, ਉਹਨੂੰ ਉੱਥੇ ਰੱਖਿਆ ਬਾਹਰ, ਹਸਪੀਟਲ ਵੀ ਨਹੀਂ ਜਾਣ ਦਿੱਤਾ, ਬਾਹਰ ਬੂਹੇ ਦੇ ਅੰਦਰ ਵੀ ਨਹੀਂ, ਬਾਹਰ ਰੋਡ ਦੇ ਉੱਤੇ ਉੱਥੇ ਰੱਖ ਕੇ। ਹੁਣ ਕੰਪਿਊਟਰ ਜਦੋਂ ਜਦ 2 ਜਣੇ ਲੱਗੇ ਖੜੇ, ਇੱਕ ਵੇਨ ਚ ਸੂਈ ਲਾਣ, ਦੂਜੀ ਚਲਾਣ, ਤੀਜੀ ਚਲਾਣ। ਪੁੱਤਰ ਮੈਂ ਕਿਹਾ ਸੂਈ ਨਹੀਂ ਲੱਗਣੀ, ਨਾ ਲੱਗਦੀ ਹੈ, ਤੁਸੀਂ ਕਿਉਂ ਜ਼ਬਰਦਸਤੀ ਕਰਦੇ ਭਾਈ? ਕਿਸ ਚੀਜ਼ ਦੀ ਮਜਬੂਰੀ ਤੁਹਾਨੂੰ, ਤੁਸੀਂ ਉਹਨੂੰ ਡਰਿਪ ਲਾਣ ਦਾ? ਉਹਦਾ ਸਾਹ ਮੁੱਕਿਆ ਪਿਆ, ਤੁਸੀਂ ਡਰਿਪ ਲਾਈ ਰਹੇ। ਉਹ ਮਰਦਾ ਤੇ ਬੋਂਡ ਤੇ ਪਲੇਥਣ ਲਾ, ਉਹ ਗੱਲ ਹੈ ਇਹਨਾਂ ਡਾਕਟਰਾਂ ਦੀ ਹੈ। ਸਾਰੇ ਲਫ਼ਜ਼ ਸਿੱਧੇ ਭਲੀਏ ਲੋਕੇ, ਸਾਰੇ ਲਫ਼ਜ਼ ਸਿੱਧੇ ਨਹੀਂ ਆ ਗਏ ਤੇ ਗੱਲ ਗੋਲ ਮੂਲ ਕਰ ਲਈ ਹੁੰਦੀ ਆ। ਸਿਆਣਿਆਂ ਦੇ ਸਾਰੀ ਉਮਰ ਬਾਬੇ ਨੂੰ ਕਿਸੇ ਪੁੱਛਿਆ ਨਾ, ਜਦੋਂ ਮਰ ਗਿਆ ਤਾਂ ਉਦੋਂ ਦੇਗਾ ਚੜਾ ਲਈ। ਉਹ ਵਿਚਾਰਾ ਜ਼ਿੰਦਗੀ ਨਿਭਾਈ ਪਿਆ ਤੇ ਡਾਕਟਰ ਜਿਹੜੇ ਉਹ ਆ ਕੇ ਕਾਰਵਾਈ, ਬੋਤਲ ਉਹਨਾਂ ਦਾ ਮਕਸਦ ਸੀ ਅਸੀਂ ਹੁਣ ਕੋਈ 4000 ਇਹਨਾਂ ਕੋਲ ਲੈ, ਬੋਤਲ ਲੱਗੇ ਤੇ 2000 ਸਿੱਧਾ ਹੋਵੇ ਹੈ ਕੋਈ ਅਸੀਂ ਇਹਨਾਂ ਕੋਲ ਤੁਰੂ। ਉਹ ਤਾਂ ਵਿਚਾਰੇ ਅੱਗੇ ਮੁੱਕੇ ਪਏ ਆ, ਭਜਾ ਕਰ ਕਰਾ ਕੇ ਨਾ ਬੇਬੇ ਨੂੰ ਕਿਹਾ ਕਰੋ ਤੁਸੀਂ ਘਰੇ ਲੈ ਜਾਓ। ਉਹਨਾਂ ਨੇ ਨਾ ਡਾਕਟਰ ਨੂੰ ਪਾਸੇ ਕੀਤਾ ਤੇ ਹਜੇ 2 ਮਿੰਟ ਵੀ ਲੱਗੇ ਘਰੇ ਵੀ ਕੀ ਹੋ ਜੇ, ਉੱਥੋਂ ਤੁਰੇ ਹੀ ਨਹੀਂ, ਉੱਥੇ ਹੀ ਪਤਾ ਨਹੀਂ ਕਿੱਥੋਂ ਤੁਰੇ ਨੇ। ਬਾਬੇ ਨੇ ਵਫਾਤ ਪਾਤੀ, ਇਹਨਾਂ ਲਈ ਲਾਈਵ ਇਹਨਾਂ ਲਈ ਰਾਜੂ, ਠੀਕ ਹੈ। ਤੇ ਇਹ ਇਸ ਤੋਂ ਮੈਂ ਕਹਿੰਦਾ ਕਿ ਤੁਹਾਡੇ ਤੋਂ ਵੱਡਾ ਡਾਕਟਰ ਰੋਕਿਆ ਹੈ, ਤੁਸੀਂ ਤੇ ਬੰਦੇ ਦੀ 90 ਚੈੱਕ ਕਰਕੇ ਦੱਸਦੇ ਬੰਦੇ ਨੇ ਕਿਦਨ ਮਰਨਾ ਹੈ। 90 ਇੱਕ ਬੰਦੇ ਨੂੰ ਅੱਲਾਹ ਵੇਖੋ ਨਾ, ਅੱਲਾਹ ਤਾਲਾ ਨੇ ਹਰ ਨੂੰ ਸਿਆਣਾ ਬਣਾਇਆ। ਆ ਅਕਲ ਜਿਹੜੀ ਉਹ ਕਾਹਦੇ ਵਾਸਤੇ ਦਿੱਤੀ? ਇਹ ਮੱਝਾਂ ਚਰਾਉਣ ਲਈ। ਮੱਝਾਂ ਵੀ ਚਰਾਓ, ਖੋਤੇ ਚਰਾਓ, ਖੋਤੇ ਚਰਾਓ ਨਹੀਂ, ਖੋਤੇ ਖਵਾਓ, ਖੋਤੇ ਖਵਾਓ। ਉਹ ਗੱਲ ਕਿ ਚਰਾਓ, ਮੱਝਾਂ ਚਰਾਓ, ਬੱਕਰੀਆਂ ਚਰਾਓ, ਖੋਤੇ ਚਰਾਓ, ਭਾਵੇਂ ਕੁੱਤੇ ਚਰਾਓ। ਉਹ ਗੱਲ ਕਿ ਦਿਮਾਗ ਜਿਹੜਾ ਉਹਨੂੰ ਤਾਂ ਸਮਝ ਸੋਚ ਦੇ ਵਿੱਚ ਰੱਖਣਾ ਚਾਹੀਦਾ ਵੀ ਮੇਰੇ ਦਿਮਾਗ 'ਚ ਕੀ ਆਉਣਾ ਚਾਹੀਦਾ ਕੀ ਨਹੀਂ। ਇਹ ਤਾਂ ਨਹੀਂ ਹੁਣ ਡਾਕਟਰ ਬਣ ਗਏ ਤੇ ਹੁਣ ਡੰਗਰਾਂ ਦਾ ਟੀਕਾ ਬੰਦਿਆਂ ਨੂੰ ਲਾ ਦਿੰਦੇ ਤੇ ਬੰਦਿਆਂ ਦਾ ਡਾਕਟਰਾਂ ਨੂੰ ਲਾ ਦੇਣਾ। ਕੁਝ ਸੋਚਣਾ ਸਮਝਣਾ ਚਾਹੀਦਾ ਵਾ, ਵੇਖਣਾ ਕਿ ਮਰੀਜ਼ ਦੇ ਆ ਹਾਲਾਤ ਆ ਵੀ ਗਰੀਬ ਬੰਦਾ ਫਿਰ ਕਿਵੇਂ ਪਹੁੰਚਿਆ ਹੁੰਦਾ। ਹਾਂ, ਤੇ ਅੱਗੋਂ ਜੇ ਆਬੜੇ ਬੈਠੇ ਹਕੂਮਤ ਨੂੰ ਅਸੀਂ ਕੀ ਕਹੀਏ? ਹਕੂਮਤ ਜਿਹੜੀ ਤੁੰਨੀ ਖੜੋਤੀ ਦੁਨੀਆ ਨੂੰ ਤੁੰਨੀ ਖੜੋਤੀ ਆ, ਤੇ ਅੱਗੋਂ ਜਿਹੜੀ ਆਵਾਮ ਆ ਜਿਨ੍ਹਾਂ ਦੇ ਹੱਥ 'ਚ ਭੋਰਾ ਕਿਸਮ ਆ, ਉਹ ਕਹਿੰਦੇ ਅਸੀਂ ਗਰੀਬ ਦਾ ਕਾਲਜਾ ਕੱਢ ਲਈ। ਸਾਰੇ ਹੀ ਸਾਰਿਆਂ ਤੋਂ ਵੱਧ ਹੋਏ ਪਏ ਨੇ। ਚਲੋ ਜੀ ਇੱਥੇ ਕਰਦੇ ਅੱਜ ਦਾ ਵਲੌਗ ਐਂਡ। ਹੁਣ ਅੱਗੇ ਕੰਟੀਨਿਊ ਕਰਨਾ ਨਹੀਂ ਜਾਣਾ ਕਿਉਂਕਿ ਇਸ ਟਾਈਮ ਵੱਜ ਗਏ ਨੇ ਆਪਣੇ ਕੋਲ ਭਾਈ 11 ਵੱਜ ਕੇ ਤੇ 2 ਮਿੰਟ ਹੋ ਗਏ ਨੇ, ਠੀਕ ਹੈ, ਤੇ ਕਾਫੀ ਜ਼ਿਆਦਾ ਲੇਟ ਹੋ ਗਿਆ। ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਕਰੋ। ਮੈਂ ਰੈਗੂਲਰ ਵਲੌਗ ਕਿਉਂ ਨਹੀਂ ਬਣਾਉਂਦਾ? ਸਿਰਫ ਤੁਹਾਡੀ ਵਜ੍ਹਾ ਤੋਂ, ਤੁਹਾਡੇ ਸਿਰ ਚੜ੍ਹ ਕੇ ਮੈਂ ਰੈਗੂਲਰ ਵਲੌਗ ਇਸ ਵਜ੍ਹਾ ਤੋਂ ਨਹੀਂ ਬਣਾਉਂਦਾ ਕਿਉਂਕਿ ਤੁਸੀਂ ਕੋਈ ਅੱਛਾ ਫੀਡਬੈਕ ਨਹੀਂ ਦਿੰਦੇ, ਅੱਛਾ ਰਿਸਪੌਂਸ ਨਹੀਂ ਦਿੰਦੇ। ਇਸ ਵਜ੍ਹਾ ਤੋਂ ਫਿਰ ਮੇਰਾ ਵੀ ਜ਼ਿਆਦਾ ਵਲੌਗ ਬਣਾਉਣ ਨੂੰ ਇੰਨੀ ਜ਼ਿਆਦਾ ਖਪਤ ਕਰਨ ਨੂੰ ਦਿਲ ਨਹੀਂ ਕਰਦਾ ਕਿਉਂਕਿ ਪੂਰਾ ਦਿਨ ਲੱਗ ਜਾਂਦਾ ਨਾ ਯਾਰ ਵਲੌਗ ਦੇ ਉੱਤੇ। ਬੜੀ ਮਿਹਨਤ ਹੁੰਦੀ ਹੈ ਵਲੌਗ ਪੂਰਾ ਦਿਨ ਸ਼ੂਟ ਕਰਨਾ। ਹੁਣ ਮੈਂ 11 ਵੱਜ ਗਏ ਨੇ, ਹੁਣ ਮੈਨੂੰ ਐਂਡ ਕਰਕੇ ਮੈਨੂੰ ਐਡਿਟ ਕਰਾਂਗਾ, ਮੇਰੇ ਕੋਲ 12-1 ਵੱਜ ਜਾਏਗਾ, ਠੀਕ ਹੈ। ਉਸ ਬਾਅਦ ਮੈਂ ਅਪਲੋਡਿੰਗ ਕਰਨੀ, ਬੜਾ ਜ਼ਿਆਦਾ ਟਾਈਮ ਲੱਗਦਾ ਹੈ, ਠੀਕ ਹੈ। ਮੈਂ 2 ਵਜੇ ਤੱਕ ਹੋਣੀ ਤੇ ਥੋੜਾ ਬਹੁਤ ਕੰਮ ਕਰਨਾ ਅਪਲੋਡ, ਮੈਨੂੰ ਸੁਬਹ ਉੱਠ ਕੇ ਫਿਰ 7 ਵਜੇ ਤੇ ਮਿਹਨਤ ਕਰਨ ਲੱਗਾ, ਫਿਰ ਜਾ ਕੇ 10 ਵਜੇ ਲਾਈਵ ਹੋਏਗਾ, ਜਿੰਦੇ ਤੋਂ 4 ਤੋਂ 5 ਘੰਟੇ ਵਲੌਗ ਬਣਾਉਣ ਤੋਂ ਬਾਅਦ ਲੱਗਦੇ ਨੇ, ਜਿਹੜੀ ਮਿਹਨਤ ਦਾ ਤੁਸੀਂ ਜਾਇਜ਼ਾ ਨਹੀਂ ਲਾਉਂਦੇ, ਠੀਕ ਹੈ। ਇਸ ਵਜ੍ਹਾ ਤੋਂ ਤੁਸੀਂ ਸਿਰਫ ਇੱਕ ਹੀ ਛੋਟਾ ਜਿਹਾ ਕੰਮ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਹੁੰਦਾ, ਹੋਰ ਕੀ ਕਰਨਾ? ਵਲੌਗ ਵੇਖਣਾ, ਠੀਕ ਹੈ। ਹੁਣ ਅਗਰ ਤੁਸੀਂ ਵੇਖਣਾ ਪਸੰਦ ਨਹੀਂ ਕਰੋਗੇ ਤਾਂ ਫਿਰ ਮੈਂ ਬਣਾ ਕੇ ਕੀ ਕਰਾਂਗਾ? ਦੱਸੋ, ਤੁਹਾਡੇ ਵਾਸਤੇ ਬਣਾਉਣਾ ਹੈ ਨਾ। ਬਈ ਮੇਰੀ ਨਿੱਕੀ ਜਿਹੀ ਇੱਕ ਰਿਕੁਐਸਟ ਆ, ਹਾਂਜੀ, ਮੈਂ ਅੱਗੇ ਕਦੀ ਨਹੀਂ ਕਿਸੇ ਨੂੰ ਵੀ ਕਹੀ ਹਾਂਜੀ, ਕਿ ਇਹ ਵੀਡੀਓ ਵੇਖਦੇ ਜੇ, ਵਲੌਗ ਵੇਖਦੇ ਜੇ, ਜਿੰਨੇ ਵੀ ਧੀਆਂ ਪੁੱਤਰ ਭੈਣਾਂ ਭਰਾ ਬਜ਼ੁਰਗ ਵੇਖ ਲੈਂਦੇ ਹੋ, ਉਹ ਅੱਗੇ ਰੰਗਾ ਦਿੰਦੇ ਜੀ, ਤੇ ਉਹਨੂੰ ਕੋਈ ਟੱਲੀ ਖੜਕਾਉਣ ਲੱਗਿਆ ਕਿਹੜਾ ਭਾਰ ਪੈਂਦਾ ਵਾ। ਮੈਂ ਕਿਹਾ ਪਤਾ ਨਹੀਂ ਕਿੱਡੀ ਸੀਰੀਅਸ ਗੱਲ ਕਰਨ ਲੱਗੇ। ਲੈ ਵੀ ਟੱਲੀ ਖੜਕਾ ਦਿਆ ਕਰੋ, ਠੀਕ ਹੈ। ਤੇ ਜਿਹੜੇ ਬੂਹੇ ਤੇ ਜਾਂਦਾ ਨਾ ਬੰਦਾ, ਉਹਦੇ ਤੇ ਦਸਤਕ ਦੇਣੀ ਜ਼ਰੂਰੀ ਆ। ਹਾਂ, ਟੱਲੀ ਖੜਕਾ ਕੇ ਆਣਾ। ਹਾਂ, ਜੇ ਤੁਸੀਂ ਟੱਲੀ ਖੜਕਾਏ ਬਗੈਰ ਵੇਖਦੇ ਜੇ ਨਾ, ਤੁਸੀਂ ਟੱਲੀ ਖੜਕਾਣੀ ਮਤਲਬ ਤੁਸੀਂ ਬੈਲ ਦੇਣਾ ਤੇ ਫਿਰ ਐਂਟਰ ਹੋਣਾ ਚੈਨਲ ਦੇ ਵਿੱਚ। ਸਬਸਕ੍ਰਾਈਬ ਕਰ ਦਿਆ ਕਰੋ। ਹਾਂ, ਸਬਸਕ੍ਰਾਈਬ ਕਰ ਦਿਓ। ਓਕੇ ਜੀ, ਅੱਲਾ ਹਾਫਿਜ਼, ਟਾਟਾ, ਬਾਏ ਬਾਏ।